ਕਾਂਚੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ ਔਰ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਮੇਰੇ ਸਾਥੀ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ ਹਾਜ਼ਰ ਹਨ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਦੇ। ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ। ਪਿਆਰੇ ਦਰਸ਼ਕੋ, ਕੱਲ੍ਹ 26 ਜਨਵਰੀ ਸੀਗੀ। ਪ੍ਰਜਾਤੰਤਰ, ਲੋਕਤੰਤਰ ਕਹਿ ਲਓ ਜਾਂ ਰਿਪਬਲਿਕ, ਗਣਤੰਤਰ ਹੈ ਜੀ। ਔਰ ਰਿਪਬਲਿਕ ਡੇ 73 ਹਾਂਜੀ 73ਵਾਂ 73 ਦਿਨ ਸੀਗਾ, ਰਿਪਬਲਿਕ ਡੇ ਸੀਗਾ। ਔਰ ਭਾਰਤ ਦੇ ਵਿੱਚ ਹਮੇਸ਼ਾ ਹੀ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਦਿੱਲੀ ਦੇ ਵਿੱਚ, ਬਾਕੀ ਰਿਆਸਤਾਂ ਦੇ ਵਿੱਚ ਮਨਾਇਆ ਜਾਂਦਾ ਹੈ। ਔਰ ख़ास तौर ਤੇ ਜਿਹੜਾ ਦਿੱਲੀ ਦੇ ਵਿੱਚ ਮਨਾਇਆ ਜਾਂਦਾ ਹੈਗਾ ਉਹ ਇੰਡੀਆ ਗੇਟ, ਅਮਰ ਜੋਤੀ ਉਸ ਜਗ੍ਹਾ ਦੇ ਉੱਤੇ। ਔਰ ਉੱਥੇ ਤੁਸੀਂ ਦੇਖਿਆ ਹੋਏਗਾ ਟੈਲੀਵਿਜ਼ਨ 'ਤੇ ਕੱਲ੍ਹ ਜਿਨ੍ਹਾਂ ਨੇ ਦੇਖਿਆ ਜਾਂ ਪਿਛਲੇ ਸਾਲਾਂ 'ਚ ਬਹੁਤ ਰੌਣਕ ਹੁੰਦੀ ਹੈ। ਔਰ ख़ास तौर ਤੇ ਮਿਲਟਰੀ ਦੀ ਸ਼ੋਅ ਆਫ ਔਰ ਆਰਮੀ, ਏਅਰ ਫੋਰਸ ਤਿੰਨੇ ਹੀ ਜਿਹੜੇ ਮਿਲਟਰੀ ਦੇ ਵਿੰਗ ਹੈਗੇ ਆ ਔਰ ਲੋਕਾਂ ਦੀ ਮੌਜੂਦਗੀ ਬੜੀ, ਹਮੇਸ਼ਾ ਹੀ ਬਾਹਰਲੇ ਜਿਹੜੇ ਹੈੱਡ ਆਫ ਦਾ ਸਟੇਟ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਸੀਗਾ। ਪਰ ਕਿਉਂਕਿ ਹੁਣ ਕਰੋਨਾ ਵਾਇਰਸ ਕਰਕੇ, ਬਿਮਾਰੀ ਕਰਕੇ ਘੱਟ ਹੀ ਇਨਵਾਈਟ ਕਰਦੇ ਹਨ। ਔਰ ਉੱਥੇ ਇੱਕ ਦੋ ਗੱਲਾਂ ਇਸ ਸਾਲ ਜਿਹੜੀਆਂ ਹੈਗੀਆਂ ਉਹ ख़ास तौर ਤੇ ਹੋਈਆਂ ਹੈ। ਉਹ ख़ास तौर ਤੇ ਦਵਿੰਦਰ ਜੀ, ਮੈਂ ਤੁਹਾਡੇ ਅੱਗੇ ਰਿਕੁਐਸਟ ਕਰੂੰਗਾ ਜਿਹੜਾ ਇੰਡੀਆ ਗੇਟ ਤੇ ਅਮਰ ਜੋਤੀ ਤੇ ਵਾਰ ਮੈਮੋਰੀਅਲ ਦੀ ਕੰਟਰੋਵਰਸੀ ਚੱਲੀ ਉਸ ਦਿਨ ਬਾਰੇ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ। ਦੇਖੋ, ਜਿਹੜੀ ਆਪਣੇ 26 ਜਨਵਰੀ ਦੀ ਪਰੇਡ ਸਟਾਰਟ ਹੁੰਦੀ ਸੀਗੀ ਉਹ ਕਿ ਅਮਰ ਜਵਾਨ ਜੋਤੀ ਜੀ ਜਿਹੜੀ ਹੈਗੀ ਆ, ਜਿਹੜੀ ਕਿ 1974 ਦੇ ਵਿੱਚ ਬੰਗਲਾਦੇਸ਼ ਦੀ ਵਾਰ ਤੋਂ ਬਾਅਦ ਮਤਲਬ ਉੱਥੇ ਸ਼ਹੀਦਾਂ ਦੀ ਯਾਦ ਵਿੱਚ ਮਤਲਬ ਉੱਥੇ ਸਥਾਪਿਤ ਕੀਤੀ ਗਈ ਸੀ। ਔਰ ਉਦੋਂ ਤੋਂ ਲੈ ਕੇ ਉਹ ਲਗਾਤਾਰ ਉੱਥੇ ਜਿਹੜੀ ਸੀ ਜੋਤ ਉਹ ਜਲਦੀ ਆਈ ਹੈ। ਔਰ ਜਿਹੜੀ 26 ਜਨਵਰੀ ਦੀ ਪਰੇਡ ਸੀਗੀ ਇਹ ਉੱਥੇ ਸ਼ੁਰੂ ਹੁੰਦੀ ਸੀ ਜੀ। ਉੱਥੋਂ ਸ਼ੁਰੂ ਹੋ ਕੇ ਗਾਹਾਂ ਸਾਰਾ ਜਿਹੜਾ ਸੀਗਾ ਸਿਸਟਮ ਉਹ ਚੱਲਦਾ ਸੀਗਾ। ਪਰ ਹੁਣ ਇਹ ਹੋਇਆ ਕਿ ਜਿਹੜੀ ਉਹ ਅਮਰ ਜਵਾਨ ਜੋਤੀ ਹੈਗੀ ਉੱਥੋਂ ਮੂਵ ਕਰ ਦਿੱਤੀ ਗਈ, ਹਟਾ ਦਿੱਤੀ ਗਈ ਆ। ਕਿੱਥੇ ਭੇਜੀ? ਔਰ ਉਹਨੂੰ ਜਿਹੜੀ ਹੁਣ ਅਮਰ ਜਵਾਨ ਜਿਹੜਾ ਇੱਕ ਮੈਮੋਰੀਅਲ ਬਣਾਇਆ ਹੈਗਾ, ਹੋਰ ਬਣਾਇਆ ਉਸੇ ਏਰੀਏ 'ਚ ਹੀ ਹੈਗਾ, ਉੱਥੋਂ 400 ਮੀਟਰ ਤੇ ਦੂਰ ਆ। ਉਹਦੇ ਵਿੱਚ ਮਤਲਬ ਉਹਨਾਂ ਨੇ ਸਥਾਪਿਤ ਕੀਤੀ ਵਾਰ ਮੈਮੋਰੀਅਲ ਜਿਹੜਾ ਹੈਗਾ ਉਹਦੇ ਵਿੱਚ ਸਥਾਪਿਤ ਕੀਤੀ ਹੈਗੀ ਆ। ਪਰ ਜਿਹੜੀ ਅਮਰ ਜਵਾਨ ਜੋਤੀ ਸੀ ਆਪਣੇ ਸੈਲਫ 'ਤੇ ਮਤਲਬ ਇੱਕ ਬਹੁਤ ਇਤਿਹਾਸਿਕ ਚੀਜ਼ ਸੀਗੀ ਜਿਹੜੀ ਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਹਟਾਉਣੀ ਨਹੀਂ ਚਾਹੀਦੀ। ਮਤਲਬ ਕਾਫੀ ਇਹਦੇ ਬਾਰੇ ਕੰਟਰੋਵਰਸੀ ਵੀ ਹੋਈ ਹੈਗੀ ਆ। ਪਰ ਕਈ ਇਹ ਵੀ ਕਹਿੰਦੇ ਆ ਕਿ ਜਿਹੜੇ ਆਪਣੇ ਮੋਦੀ ਐਂਡ ਕੰਪਨੀ BJP ਹੈਗੀ ਆ ਕਿ ਜਿਹੜੀਆਂ ਮਹਾਨ ਸ਼ਹੀਦਾਂ ਦੀਆਂ ਜਿਹੜੀਆਂ ਯਾਦਗਾਰਾਂ ਹੈਗੀਆਂ ਜਾਂ ਜਿਹੜੀਆਂ ਉਹਨਾਂ ਦੇ ਮੈਮੋਰੀਅਲਸ ਹੈਗੇ ਆ ਜਾਂ ਜਿਹੜਾ ਇਤਿਹਾਸ ਹੈਗਾ ਉਹਨੂੰ ਇਹ ਜਰਾ ਢੰਗ ਜਿਹੇ ਨਾਲ ਹੀ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਸ ਤਰੀਕੇ ਨਾਲ ਲੈ ਕੇ ਨਾ ਕਾਫੀ ਲੋਕਾਂ 'ਚ ਰੋਹ ਵੀ ਰਿਹਾ ਹੈਗਾ। ਬਿਲਕੁਲ। ਔਰ ਇਹ ਜਿਹੜਾ ਸੀਗਾ ਪਹਿਲਾਂ 26 ਜਨਵਰੀ ਮਤਲਬ 26 ਜਨਵਰੀ 1974 ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਸੋ 26 ਜਨਵਰੀ ਜਿਹੜਾ ਕਿ ਆਪਾਂ ਨੂੰ ਪਤਾ ਕਿ ਸਾਡਾ ਰਿਪਬਲਿਕ ਡੇ ਹੈਗਾ, ਗਣਤੰਤਰ ਦਿਵਸ ਹੈਗਾ, ਉਹ ਦਿਨ ਹੈਗਾ ਜਦੋਂ ਸੰਵਿਧਾਨ ਲਾਗੂ ਹੁੰਦਾ। ਬਿਲਕੁਲ ਆਪਾਂ ਨੂੰ ਪਤਾ ਉਸ ਤੋਂ ਪਹਿਲਾਂ ਜਿਹੜਾ 26 ਨਵੰਬਰ 1949 ਨੂੰ ਸੰਵਿਧਾਨ ਅਸੀਂ ਅਸੈਪਟ ਕੀਤਾ ਸੀ, ਉਹਨੂੰ ਪ੍ਰਵਾਨ ਕਰ ਲਿਆ ਸੀ। ਉਹਨੂੰ ਵੀ ਆਪਾਂ ਬੜਾ ਸਾਰੇ ਭਾਰਤ ਵਿੱਚ ਸੈਲੀਬ੍ਰੇਟ ਕਰਦੇ ਹਾਂ ਕਿ ਸੰਵਿਧਾਨ ਦਿਵਸ ਦੇ ਤੌਰ 'ਤੇ। ਸੋ 26 ਨਵੰਬਰ ਸੰਵਿਧਾਨ ਦਿਵਸ, ਪਰ ਜਿਹੜਾ 26 ਜਨਵਰੀ ਹੈਗੀ ਆ ਇਹ ਗਣਤੰਤਰ ਦਿਵਸ ਹੈਗਾ। ਐਕਚੁਅਲੀ ਮੈਂ ਤੁਹਾਨੂੰ ਨਾਲ ਹੀ ਕਹਿ ਲੈਂਦਾ ਕਿ ਅਸੀਂ ਛੋਟੇ ਛੋਟਿਆਂ ਦੇ ਬੜਾ ਸੁਣਦੇ ਰਹੇ। ਕਈ ਵਾਰੀ ਇਹ ਪਜ਼ਲ ਹੁੰਦਾ ਸੀ ਕਿ 15 ਅਗਸਤ 1947 ਨੂੰ ਤਾਂ ਭਾਰਤ ਆਜ਼ਾਦ ਹੋਇਆ। ਇਹ ਜਿਹੜੀ 26 ਜਨਵਰੀ ਇਹਦੋਂ ਕੀ ਹੋਇਆ ਸੀ? ਇਹਨੂੰ ਵੀ ਆਜ਼ਾਦੀ ਕਹਿੰਦੇ ਸੀ। ਅਸੀਂ ਬਹੁਤ ਸਾਰੇ ਮਤਲਬ ਨਿਆਣੇ ਹੁੰਦੇ ਸੀ, ਪਤਾ ਨਹੀਂ ਸੀ ਹੁੰਦਾ, ਪਰ ਪ੍ਰੋਗਰਾਮ ਬੜੇ ਅਟੈਂਡ ਕੀਤੇ, ਈਵਨ ਸਕੂਲ ਲੈਵਲ ਦੇ ਉੱਤੇ ਵੀ। ਤੇ ਉਹ ਪਤਾ ਨਹੀਂ ਸੀ ਲੱਗਦਾ, ਉੱਥੇ ਵੀ ਸ਼ਹੀਦਾਂ ਦੇ ਗੁਣਗਾਨ ਕਰਦੇ ਸੀ, ਉਹਨਾਂ ਨੂੰ ਸ਼ਰਧਾਂਜਲੀ ਦੇਈ ਜਾਂਦੀ ਸੀ। ਮਤਲਬ ਉਹ ਠੀਕ ਹੈ, ਸ਼ਹੀਦਾਂ ਦੀ ਕੁਰਬਾਨੀ ਆਪਣੇ ਤਾਂ ਹੈਗੀ ਆ, ਉਹਨਾਂ ਦੀ ਮਾਨਤਾ ਹੈਗੀ ਆ, ਪਰ ਕਦੀ ਵੀ ਕੋਈ ਸੰਵਿਧਾਨ ਦੀ ਗੱਲ ਨਹੀਂ ਸੀ ਕਰਦਾ ਵੀ ਅੱਜ ਦੇ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਸੋ ਹਾਲੇ ਤੱਕ ਵੀ ਬਹੁਤ ਕਈ ਵਾਰੀ ਇੱਦਾਂ ਦਾ ਮੇਰੇ ਖਿਆਲ ਬਹੁਤ ਸਾਥੀ ਹੋਣਗੇ ਜਿਹਨਾਂ ਨੂੰ ਹਾਲੇ ਤੱਕ ਵੀ ਨਹੀਂ ਪਤਾ ਹੋਊਗਾ ਕਿ ਅੱਜ 26 ਜਨਵਰੀ ਦੀ ਮਹੱਤਤਾ ਇਹ ਆ ਕਿ
ਅੱਜ ਦੇ ਦਿਨ ਪੂਰੀ ਜਿਹੜੀ ਸਹੀ ਆਜ਼ਾਦੀ ਜਿਹੜੀ ਆ ਉਹ 26 ਜਨਵਰੀ 1950 ਨੂੰ ਮਿਲੀ ਸੀ, ਜਦੋਂ ਕਿ ਭਾਰਤ ਦਾ ਆਪਣਾ ਸੰਵਿਧਾਨ ਆਪਣਾ ਸੰਵਿਧਾਨ ਲਾਗੂ ਹੁੰਦਾ। ਹਾਂ ਪਿਆਰੇ ਦਰਸ਼ਕੋ, ਵੈਰੀ ਨਾਈਸ ਦਵਿੰਦਰ ਜੀ, ਤੁਸੀਂ 26 ਜਨਵਰੀ ਬਾਰੇ ਦੱਸਿਆ। ਅਸੀਂ ਥੋੜ੍ਹਾ ਜਿਹਾ ਇਸ ਤੋਂ 1947 ਤੋਂ ਥੋੜ੍ਹਾ ਜਿਹਾ ਤੁਹਾਨੂੰ ਇਤਿਹਾਸਕ ਜ਼ਿਆਦਾ ਨਹੀਂ ਦੱਸਣਾ ਚਾਹੁੰਦੇ, ਕਿਉਂਕਿ ਟਾਈਮ ਦੀ ਬੜੀ ਕਿੱਲਤ ਹੈਗੀ ਹੈ। 1 ਘੰਟੇ ਦੇ ਵਿੱਚ ਅਸੀਂ ਕਿੰਨਾ ਕੁਛ ਕਰ ਸਕਦੇ ਹਾਂ, ਅਸੀਂ ਕੋਸ਼ਿਸ਼ ਕਰਾਂਗੇ। ਇਹ ਆ ਕਿ ਰਿਪਬਲਿਕ ਡੇ ਜਿਹੜਾ ਹੈਗਾ ਇਹਨੂੰ ਸਮਝਣਾ ਜ਼ਰੂਰੀ ਹੈ। ਜਿਸ ਤਰ੍ਹਾਂ ਦਵਿੰਦਰ ਹੁਣੀ ਕਿਹਾ ਕਿ ਉਹ ਹੁੰਦਾ ਕੀ ਹੈਗਾ, ਔਰ ਤਕਰੀਬਨ ਪੌਣੇ 200 ਸਾਲ ਅੰਗਰੇਜ਼ਾਂ ਦੀ ਹੁਕੂਮਤ ਭਾਰਤ ਦੇ ਵਿੱਚ ਰਹੀ, ਔਰ 15 ਅਗਸਤ 1947 ਨੂੰ ਪਿਆਰੇ ਦਰਸ਼ਕੋ ਭਾਰਤ ਆਜ਼ਾਦ ਹੋਇਆ। ਔਰ ਇਸ ਤੋਂ ਅੰਗਰੇਜ਼ਾਂ ਤੋਂ ਵੀ ਪਹਿਲਾਂ ਭਾਰਤ ਦੇ ਵਿੱਚ ਭਾਰਤ ਕਦੀ ਰਿਪਬਲਿਕ ਨਹੀਂ ਬਣਿਆ ਜੀ, ਹੈ ਜੀ। ਔਰ ਇਹ ਆ ਕਿ ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ ਤਕਰੀਬਨ 565 ਰਾਜੇ ਮਹਾਰਾਣੀਆਂ ਰਹਿੰਦੇ ਸਨ, ਔਰ ਅੰਗਰੇਜ਼ਾਂ ਦੇ ਮਤਲਬ ਟਾਈਮ 'ਤੇ ਵੀ ਅੰਗਰੇਜ਼ਾਂ ਦੀ ਛਤਰਛਾਇਆ ਦੇ ਥੱਲੇ ਉਹਨਾਂ ਦੀ ਜਿਹੜੀ ਸੀਗੀ ਹੁਕੂਮਤ ਉਹ ਕਾਇਮ ਰਹੀ ਜੀ। ਔਰ ਉਸ ਤੋਂ ਬਾਅਦ ਇਹ ਹੈ ਕਿ ਆਜ਼ਾਦ ਭਾਰਤ ਦੇ ਵਿੱਚ ਇਹ ਹੋਇਆ ਕਿ 1935 ਦਾ ਇੰਡੀਆ ਐਕਟ ਜਿਹੜਾ ਅੰਗਰੇਜ਼ਾਂ ਨੇ ਪਾਸ ਕੀਤਾ ਸੀਗਾ, ਪਹਿਲੀ ਗੱਲ ਤਾਂ ਉਹ ਖਤਮ ਹੋਇਆ। ਔਰ ਰਾਜੇ ਮਹਾਰਾਜੇ ਜਿਹੜੇ ਸੀਗੇ ਇਹ ਸਟਿਲ ਹਾਲੇ ਵੀ ਬਰਕਰਾਰ ਸੀਗੇ। ਔਰ 26 ਜਨਵਰੀ 1950 ਨੂੰ ਜਿਹੜਾ ਬਾਬਾ ਸਾਹਿਬ ਦਾ ਵਿਧਾਨ ਸੀਗਾ ਉਹ ਜਿਸ ਵੇਲੇ ਲਾਗੂ ਹੋਇਆ, ਇਹ ਰਾਜੇ ਮਹਾਰਾਜੇ ਉਸ ਟਾਈਮ 'ਤੇ ख़त्म ਕੀਤੇ ਗਏ, ਕਿਉਂਕਿ ਸਾਰੇ ਭਾਰਤ ਜਿਹੜਾ ਪ੍ਰੈਕਟੀਕਲੀ ਇੱਕ ਰਿਪਬਲਿਕ ਬਣ ਗਿਆ ਸੀਗਾ। ਉਹਨਾਂ ਦੇ ਜਿੰਨੇ ਅਧਿਕਾਰ ਸੀਗੇ ਉਹ ਸਾਰੇ ਇਹ ख़त्म ਕਰ ਦਿੱਤੇ ਗਏ ਸੀਗੇ। ਸਾਰੇ ਹੀ ਉਹਨਾਂ ਦੀਆਂ ਰਿਆਸਤਾਂ ਇੰਡੀਆ ਦੇ ਵਿੱਚ ਜਿਹੜੀਆਂ ਅਮਰਜ ਹੋ ਗਈਆਂ ਸਨ, ਪਰ ਉਹਨਾਂ ਨੂੰ ਕੁਝ ਭੱਤੇ ਦਿੱਤੇ ਗਏ ਸੀਗੇ, ਪਰ ਉਹ ਬਾਅਦ ਦੇ ਵਿੱਚ ਜਾ ਕੇ 5-7-10 ਸਾਲ ਬਾਅਦ ਉਹ ਵੀ ख़त्म ਕਰ ਦਿੱਤੇ ਸੀਗੇ। ਸੋ ਭਾਰਤ ਜਿਹੜਾ ਹੈਗਾ 26 ਜਨਵਰੀ 1950 ਨੂੰ ਇੱਕ ਯੂਨਾਈਟਿਡ ਸੋਵਰਨ ਸੋਸ਼ਲਿਸਟ ਰਿਪਬਲਿਕ ਬਣਿਆ ਸੀਗਾ। ਉਹਦਾ ਮਤਲਬ ਇਹ ਹੈਗਾ ਕਿ ਲੋਕਾਂ ਦੀ ਜਿਹੜੀ ਆਪਣੀ ਵੋਟ ਸੀਗੀ ਬਾਬਾ ਸਾਹਿਬ ਨੇ ਕ੍ਰੀਏਟ ਕੀਤੀ, ਉਹਦੇ ਨਾਲ ਲੋਕਾਂ ਦੇ ਚੁਣੇ ਹੋਏ ਆਪਣੇ ਨੁਮਾਇੰਦੇ ਲੋਕਾਂ ਲਈ ਕੰਮ ਕਰਨ ਲਈ ਇਲੈਕਟ ਹੋਏ, ਕਿਉਂਕਿ ਲੋਕਾਂ ਦੀ ਆਪਣੀ ਸਰਕਾਰ ਬਣੀ। ਇਹਦਾ ਮਤਲਬ ਇਹ ਹੈ, ਕਿਉਂਕਿ ਪਹਿਲਾਂ ਰਾਜੇ ਮਹਾਰਾਜੇ ਗੱਦੀਆਂ ਚੱਲਦੀਆਂ ਸਨ, ਪਰ ਇਹ ਹੈ ਕਿ ਰਿਪਬਲਿਕ ਡੇ ਦਾ ਮਤਲਬ ਹੈਗਾ ਲੋਕਤੰਤਰ, ਲੋਕਾਂ ਦੀ ਆਪਣੀ ਸਰਕਾਰ, ਲੋਕਾਂ ਦੇ ਆਪਣੀਆਂ ਵੋਟਾਂ ਪਾ ਕੇ ਚੁਣੀ ਹੋਈ ਸਰਕਾਰ, ਔਰ ਲੋਕਾਂ ਦੇ ਫਾਇਦੇ ਜਿਹੜੇ ਉਹਨਾਂ ਨੇ ਕਰਨੇ, ਔਰ ਇਹ ਆ ਕਿ ਉਹਨਾਂ ਨੇ ਕਰਨੇ ਹੈ, ਲੋਕਾਂ ਦੇ ਨੁਮਾਇੰਦੇ ਜਿਹੜੇ ਜਾਂਦੇ ਸੀਗੇ। ਸੋ ਸੰਵਿਧਾਨ ਜਿਹੜਾ ਦਵਿੰਦਰ ਹੁਣੀ ਕਿਹਾ ਕਿ 1952 ਨੂੰ ਲਾਗੂ ਹੋਇਆ 1950 ਔਰ ਬਾਬਾ ਸਾਹਿਬ ਦੀ ਜਿਹੜੀ 1950 ਨੂੰ ਬਾਬਾ ਸਾਹਿਬ ਦੀ ਜਿਹੜੀ ਸੰਵਿਧਾਨਿਕ ਇੱਕ ਖਾਸ ਸੰਵਿਧਾਨ ਤੋਂ ਪਹਿਲਾਂ ਇੱਕ ਸਪੀਚ ਸੀਗੀ, ਉਹ ਸੀ 15 ਨਵੰਬਰ 1949 ਨੂੰ ਸੰਵਿਧਾਨ ਅਸੈਂਬਲੀ ਨੂੰ, ਔਰ ਉਹਦੇ ਵਿੱਚ ਉਹਨਾਂ ਨੇ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ 26 ਜਨਵਰੀ 1950 ਨੂੰ ਅਸੀਂ ਇੱਕ ਇਹੋ ਜਿਹੀ ਲਾਈਫ ਜਿਹੜੀ ਹੈ ਇੱਕ ਦੂਜੇ ਨਾਲ ਟੱਕਰ ਖਾਂਦੀ ਆ, ਕੰਟਰਾਡਿਕਸ਼ਨ ਹੁੰਦੀ ਆ, ਇਹਦੇ ਵਿੱਚ ਅਸੀਂ ਇੰਟਰ ਹੋ ਰਹੇ ਹਾਂ। ਉਹ ਇਹ ਹੈ ਕਿ 26 ਜਨਵਰੀ 1950 ਨੂੰ ਅਸੀਂ 1 ਮੈਨ 1 ਵੋਟ ਦੇ ਆਧਾਰ 'ਤੇ ਜਾਂ 1 ਵੂਮਨ 1 ਵੋਟ ਦੇ ਆਧਾਰ ਦੇ ਉੱਤੇ ਅਸੀਂ ਸਾਰੇ ਬਰਾਬਰ ਹੋ ਜਾਵਾਂਗੇ, ਪਰ ਫਿਰ ਵੀ ਅਸੀਂ ਆਰਥਿਕ ਔਰ ਸਮਾਜਿਕ ਤੌਰ 'ਤੇ ਅਸੀਂ ਨਾ ਬਰਾਬਰ ਰਹਾਂਗੇ। ਔਰ ਜਿੰਨੀ ਜਲਦੀ ਹੋ ਸਕੇ ਅਸੀਂ ਇਸ ਕੰਟਰਾਡਿਕਸ਼ਨ ਨੂੰ, ਇਸ ਜਿਹੜੀ ਨਾ ਬਰਾਬਰੀ ਹੈ, ਇਹਨੂੰ ਖ਼ਤਮ ਕਰਨਾ ਸਾਨੂੰ ਚਾਹੀਦਾ। ਜੇ ਅਸੀਂ ਖ਼ਤਮ ਕਰਨ ਦੇ ਵਿੱਚ ਨਾਕਾਮਯਾਬ ਰਹੇ ਜਾਂ ਦੇਰ ਲਗਾ ਦਿੱਤੀ ਆ, ਤਾਂ ਹੋ ਸਕਦਾ ਜਿਹੜੀ ਡੈਮੋਕ੍ਰੇਸੀ ਆ, ਜਿਹੜੀ ਆਜ਼ਾਦੀ ਸਾਨੂੰ ਮਿਲੀ ਆ, ਇਹ ਫੇਰ ਕਿਸੇ ਖਤਰੇ ਵਿੱਚ ਪੈ ਸਕਦੀ ਆ। ਸੋ ਮੁਲਕ ਦਾ ਜਿਹੜਾ ਬਾਬਾ ਸਾਹਿਬ ਨੇ ਕਿਹਾ ਕਿ ਮੁਲਕ ਆਜ਼ਾਦ ਹੋਣਾ ਹੀ ਕਾਫੀ ਨਹੀਂ ਹੈਗਾ, ਇਸ ਦੇ ਨਾਲ ਨਾਲ ਲੋਕ ਵੀ ਆਜ਼ਾਦ ਹੋਣੇ ਚਾਹੀਦੇ ਆ। ਉਹਨਾਂ ਦੀ ਧਾਰਮਿਕ ਆਜ਼ਾਦੀ, ਉਹਨਾਂ ਦੀ ਪੋਲੀਟੀਕਲ ਆਜ਼ਾਦੀ, ਉਹਨਾਂ ਦੀ ਸਮਾਜਿਕ ਆਜ਼ਾਦੀ ਔਰ ਉਹਨਾਂ ਦੀ ਆਰਥਿਕ ਆਜ਼ਾਦੀ ਜਿਹੜੀ ਆ ਉਹਦੇ ਵਿੱਚ ਬਿਲਕੁਲ ਇਸ ਤਰ੍ਹਾਂ ਬੁਣੀ ਹੋਈ ਹੈ, ਸਾਰੀਆਂ ਇੱਕ ਦੂਜੇ ਦੇ ਨਾਲ ਚੱਲਦੀਆਂ। ਸੋ ਅਸੀਂ ਹੁਣ ਪਿਆਰੇ ਦਰਸ਼ਕੋ, ਕਿਉਂਕਿ ਰਿਪਬਲਿਕ ਡੇ ਕੱਲ੍ਹ ਸੀਗਾ ਔਰ ਉਹਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਕਹਿੰਦੇ ਆ, ਕੀ ਕਹਿੰਦੇ, ਬਿਲੇਟਡ ਵਧਾਈਆਂ। ਔਰ ਅਸੀਂ ਇਹ ਜਿਹੜੇ ਆ ਹੈਡਿੰਗ ਹੈਗੇ ਆ, ਰਾਜਨੀਤਿਕ ਆਜ਼ਾਦੀ,
ਸਿਆਸੀ ਆਜ਼ਾਦੀ ਔਰ ਆਰਥਿਕ ਆਜ਼ਾਦੀ, ਤਿੰਨ ਵੱਡੇ ਜਿਹੜੇ ਹੈਗੇ ਆ ਪਹਿਲੂ ਹੈਗੇ ਆ। ਅਸੀਂ ਇਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਦਵਿੰਦਰ ਜੀ, ਤੁਸੀਂ ਜਿਹੜੀ ਰਾਜਨੀਤਿਕ ਆਜ਼ਾਦੀ ਬਾਰੇ ਥੋੜ੍ਹਾ ਜਿਹਾ ਦੱਸਿਓ ਕਿ ਸਾਨੂੰ ਕਿੰਨੀ ਕੁ ਮਿਲੀ ਆ ਪਿਛਲੇ 70-75 ਸਾਲਾਂ ਦੇ ਵਿੱਚ, ਹੈ ਜੀ। ਉਹ ਜੇ ਮਿਲੀ ਆ ਤਾਂ ਉਹਦਾ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਇਆ? ਦੇਖੋ, ਜਿਹੜੀ ਤੁਸੀਂ ਰਾਜਨੀਤਿਕ ਆਜ਼ਾਦੀ ਦੀ ਗੱਲ ਕਰਦੇ, ਸੰਵਿਧਾਨਿਕ ਤੌਰ ਤੇ ਤਾਂ ਸਾਨੂੰ ਕਨਸਟੀਟਿਊਸ਼ਨ ਲਾਗੂ ਹੋ ਜਾਂਦਾ ਆ ਤੇ ਸੰਵਿਧਾਨਿਕ ਤੌਰ ਤੇ ਅਸੀਂ ਮਤਲਬ ਦੁਨੀਆ ਦੀ ਸਭ ਤੋਂ ਵੱਡੀ ਜਿਹੜਾ ਲੋਕਤੰਤਰ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਹੈਗੀ ਭਾਰਤ ਵਿੱਚ ਜੀ। ਪਰ ਅਸਲੀਅਤ ਵਿੱਚ ਜਿਹੜੀ ਡੈਮੋਕ੍ਰੇਸੀ ਹੋਣੀ ਚਾਹੀਦੀ ਹੈਗੀ, ਜਿਸ ਤਰੀਕੇ ਦੀ ਹੋਣੀ ਚਾਹੀਦੀ ਹੈਗੀ ਆ, ਉਹ ਨਹੀਂ ਹੈ। ਜਿੱਦਾਂ ਤੁਸੀਂ ਕਿਹਾ ਵੀ ਲੋਕਤੰਤਰ ਜਾਂ ਡੈਮੋਕ੍ਰੇਸੀ ਦਾ ਮਤਲਬ ਹੈਗਾ ਗਵਰਨਮੈਂਟ ਜਿਹੜੀ ਆ ਆਫ ਦਾ ਪੀਪਲ, ਫॉर ਦਾ ਪੀਪਲ, ਬਾਈ ਦਾ ਪੀਪਲ। ਗਵਰਨਮੈਂਟ ਜਿਹੜੀ ਲੋਕਾਂ ਦੀ ਹੋਵੇ, ਲੋਕਾਂ ਲਈ ਹੋਵੇ ਔਰ ਲੋਕਾਂ ਦੁਆਰਾ ਬਣਾਈ ਸਰਕਾਰ ਹੋਵੇ ਜੀ। ਪਰ ਕਹਿਣ ਨੂੰ ਤਾਂ ਇਸੇ ਤਰੀਕੇ ਨਾਲ ਹੀ ਹੈਗਾ, ਪਰ ਜਿਸ ਤਰੀਕੇ ਨਾਲ ਜਿਹੜਾ ਇਹ ਫਾਰਮੂਲਾ ਜਿਹੜਾ ਐਕਚੁਅਲੀ ਹੈਗਾ, ਉਹਦੇ ਲਈ ਜਿਹੜੀ ਐਜੂਕੇਸ਼ਨ ਹੋਣੀ, ਲੋਕਾਂ ਨੂੰ ਪੜ੍ਹੇ ਲਿਖੇ ਹੋਣਾ, ਲੋਕਾਂ ਦੀ ਜਿਹੜੀ ਸਮਝ ਹੋਣੀ ਪੂਰੇ ਲੋਕਤੰਤਰ ਸਿਸਟਮ ਲਈ, ਆਪਣੇ ਵੋਟ ਦੀ ਜਿਹੜੀ ਵੈਲਿਊ ਹੈਗੀ ਆ ਉਹ ਸਮਝਣਾ, ਉਹ ਜਿਹੜਾ ਸਿਸਟਮ ਹੈਗਾ ਜਿਹੜਾ ਉਹਦੇ ਉੱਤੇ ਪਹਿਰਾ ਦੇਣਾ ਹੈਗਾ। ਜਿੱਦਾਂ ਇੰਡੀਪੈਂਡੈਂਟ ਇਲੈਕਸ਼ਨ ਕਮਿਸ਼ਨ ਹੈਗਾ ਇੰਡੀਆ ਦੇ ਵਿੱਚ, ਇੱਕ ਬਹੁਤ ਵਧੀਆ ਮਤਲਬ ਬਾਡੀ ਹੈਗੀ ਆ। ਜੇ ਉਹ ਆਪਣਾ ਜ਼ਿੰਮੇਵਾਰੀ ਨਿਭਾਵੇ ਤੇ ਬਹੁਤ ਚੰਗੇ ਤਰੀਕੇ ਨਾਲ ਇਲੈਕਸ਼ਨ ਵਗੈਰਾ ਹੋ ਸਕਦੇ ਔਰ ਲੋਕਾਂ ਨੂੰ ਉਹਦਾ ਫਾਇਦਾ ਹੋ ਸਕਦਾ। ਉਹ ਤੁਹਾਨੂੰ ਪਤਾ ਕਿ ਬਹੁਤ ਸਾਰੇ ਬੂਥ ਕੈਪਚਰਿੰਗ ਹੁੰਦੀ ਰਹੀ ਆ। ਬਿਲਕੁਲ। ਔਰ ਪੁਰਾਣੇ ਸਮੇਂ ਦੇ ਵਿੱਚ ਇਹ ਵੀ ਹੁੰਦਾ ਸੀਗਾ ਕਿ ਜਿਹੜੀਆਂ ਵੋਟਾਂ ਹੁੰਦੀਆਂ ਸੀਗੀਆਂ ਨਾ, ਉਹ ਬਾਕਸਾਂ 'ਚ ਪੈਂਦੀਆਂ ਸੀ। ਜਿੰਨੇ ਕੈਂਡੀਡੇਟ ਹੁੰਦੇ ਉਨੇ ਬਾਕਸ ਹੁੰਦੇ ਸੀ ਉਹਦੇ, ਔਰ ਉਹਦੇ ਬਾਕਸ ਵਿੱਚ ਹੀ ਵੋਟ ਪਾ ਦਿੰਦੇ ਹੁੰਦੇ ਸੀ। ਫੀਲ ਨਾਓ ਤੇ ਉਹਦੇ ਵਿੱਚ ਕਈ ਵਾਰੀ ਰੁਪਈਏ ਵੀ ਪਾ ਦਿੰਦੇ ਸੀ ਲੋਕੀ, ਵਨ ਮੈਨ ਵੋਟ ਪਾ ਕੇ, ਜਿਹੜੀ ਨਾਲ ਪੈਸੇ ਹੀ ਪਾਉਂਦੇ, ਉਹ ਪੈਸੇ ਉਸ ਕੈਂਡੀਡੇਟ ਦੇ ਹੁੰਦੇ ਸੀ ਜਿਹਦੇ ਬਾਕਸ ਵਿੱਚ ਹੁੰਦੇ ਸੀ। ਮਤਲਬ ਉਹ ਵੀ ਸਿਸਟਮ ਸੀਗਾ, ਪਰ ਫਿਰ ਉਹਦੇ ਵਿੱਚ ਵੀ ਚੋਰੀ ਕਰਦੇ ਰਹੇ ਹੈਗੇ। ਫਿਰ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਵੀ ਹੋਈਆਂ ਹੈਗੀਆਂ। ਤੇ ਔਰ ਤੁਹਾਨੂੰ ਪਤਾ ਕਿ ਜਦੋਂ ਹੁਣ ਕਾਂਗਰਸ ਆਈ ਆ 2 ਸਾਲ 2 ਟਰਮਸ ਉਹਨਾਂ ਨੇ ਵੀ ਕੀਤਾ ਹੈਗਾ, ਜਿਹੜੀ EVM ਲਿਆਂਦੀ ਹੈਗੀ। ਬਿਲਕੁਲ, ਹਾਂਜੀ। ਔਰ EVM ਹਾਲੇ ਵੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਜੀ, ਉਹਦੇ ਉੱਤੇ ਕੇਸ ਚੱਲਦੇ ਹਾਲੇ ਵੀ। ਬਹੁਤ ਸਾਰੀਆਂ ਜਿਹੜੀਆਂ ਉਹਨਾਂ ਵਿੱਚ ਗਿਣਤੀਆਂ, ਜਿਹੜੀਆਂ ਵੋਟਾਂ ਪੋਲ ਹੁੰਦੀਆਂ ਉਹਨਾਂ ਦੀ ਗਿਣਤੀ ਹੋਰ ਹੁੰਦੀ ਆ, ਜਿਹੜੀ ਐਕਚੁਅਲੀ ਕਾਊਂਟਿੰਗ ਹੁੰਦੀ ਆ ਉਹਨਾਂ ਦੀ ਗਿਣਤੀ ਹੋਰ ਹੁੰਦੀ ਹੈ। ਬਿਲਕੁਲ, ਕਰਪਸ਼ਨ ਮਤਲਬ ਹਰ ਲੈਵਲ ਤੇ ਜਿਹੜੀ ਹੈਗੀ ਆ ਉਹ ਹੈਗਾ। ਔਰ ਫਿਰ ਜਿਹੜੇ ਸਾਡੇ ਕੈਂਡੀਡੇਟ ਜਿਹੜੇ ਮਤਲਬ ਚੋਣ ਹੋ ਕੇ, ਜਿਹੜੇ ਸਾਡੇ ਨੁਮਾਇੰਦੇ ਜਿਹੜੇ ਚੋਣ ਹੋ ਕੇ ਜਾਂਦੇ ਹੈਗੇ ਆ, ਉਹ ਆਪਣੀ ਜ਼ਿੰਮੇਵਾਰੀ ਜਿਸ ਤਰੀਕੇ ਨਾਲ ਨਿਭਾਉਣੀ ਚਾਹੀਦੀ ਉਸ ਤਰੀਕੇ ਨਾਲ ਨਿਭਾਉਂਦੇ ਨਹੀਂ ਹੈਗੇ ਜੀ। ਉਹ ਜਵਾਬਦੇਹ ਹੋਣੇ ਚਾਹੀਦੇ ਪਬਲਿਕ ਲਈ, ਪਰ ਜਵਾਬਦੇਹ ਨਹੀਂ ਹੈ। ਅਸੀਂ ਜਦੋਂ ਸਰਕਾਰ ਚੁਣਦੇ ਹਾਂ, ਸਰਕਾਰ ਦਾ ਮਤਲਬ ਇਹ ਆ ਕਿ ਅਸੀਂ ਆਪਣੇ ਲਈ ਇੱਕ ਕੰਮ ਆ ਜਿਹੜਾ ਵਰਕਰ ਉਹਨੂੰ ਲੈਂਦੇ ਆ, ਉਹਨੂੰ ਤਨਖਾਹ ਦਿੰਦੇ ਆ, ਮਤਲਬ ਉਹਨੂੰ ਅਸੀਂ ਗਾਈਡੈਂਸ ਦਿੰਦੇ ਆ। ਉਹਦਾ ਕਨਸਟੀਟਿਊਸ਼ਨ ਜਿਹੜੀ ਆ ਉਹ ਗਾਈਡ ਹੈਗੀ ਆ ਵੀ ਇਹਦੇ ਹਿਸਾਬ ਨਾਲ ਤੁਸੀਂ ਕੰਮ ਕਰਨਾ ਹੈਗਾ ਜੀ। ਵੀ ਆਹ ਤੁਹਾਨੂੰ ਅਸੀਂ ਤਨਖਾਹ ਦੇਣੀ ਹੈਗੀ, ਆਹ ਤੁਹਾਨੂੰ ਪੱਤੇ ਦੇਣੇ ਹੈਗੇ, ਆਹ ਤੁਹਾਨੂੰ ਫੈਸਿਲਿਟੀ ਦੇਣੀਆਂ ਹੈਗੀਆਂ ਜੀ, ਤੇ ਤੁਸੀਂ ਦੇਸ਼ ਵਾਸਤੇ ਕੰਮ ਕਰਨਾ ਹੈਗਾ। ਇੱਥੇ ਰੋਕਿਓ, ਕਾਲ ਲੈ ਲਈਏ। ਠੀਕ ਹੈ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ, ਮੈਂ ਡਾਕਟਰ ਮੁਹੰਮਦ ਬੋਲ ਰਿਹਾ। ਡਾਕਟਰ ਮੁਹੰਮਦ ਜੀ, ਤੁਹਾਡਾ ਸਵਾਗਤ ਹੈ ਕਾਂਚੀ TV ਤੇ। ਕੀ ਕਹਿਣਾ ਚਾਹੁੰਦੇ ਹੋ? ਮੈਂ ਖਬਰਾਂ ਹੀ ਸੁਣਿਆ ਕਿ ਇਸ ਸਾਲ ਇੰਡੀਆ ਗੇਟ ਸੁਭਾਸ਼ ਚੰਦਰ ਬੋਸ ਦਾ ਸਟੈਚੂ ਵੀ ਰੱਖਿਆ ਗਿਆ ਹੈ। ਹਾਂਜੀ, ਖਬਰਾਂ ਹੀ ਸੁਣਿਆ ਕਿ ਉਹ ਮਤਲਬ ਜਿਹਨੇ ਇੰਡੀਅਨ ਨੈਸ਼ਨਲ ਆਰਮੀ ਬਣਾਈ ਸੀ ਜਾਪਾਨ ਤੇ ਜਰਮਨੀ ਦੇ ਨਾਲ ਮਿਲ ਕੇ, ਤੇ ਉਹਦਾ 125ਵਾਂ ਬਰਥਡੇ। ਮੁਹੰਮਦ ਜੀ, ਡਾਕਟਰ ਜੀ, ਹਾਲੇ ਸਟੈਚੂ ਨਹੀਂ ਰੱਖਿਆ, ਉਹਦੀ ਉੱਥੇ ਫਿਲਮ ਜੇ ਦਿਖਾਈ ਆ, ਉਹ ਸਕਰੀਨ ਦੇ ਉੱਤੇ ਸਟੈਚੂ ਹਾਲੇ ਲਾਉਣਾ ਆ। ਲਾਣਾ ਅਜੇ ਲਾਇਆ ਨਹੀਂ? ਹਾਂ, ਨਹੀਂ, ਉਹਨਾਂ ਨੇ ਉਹ ਕੁਛ ਨਾ ਸਕਰੀਨ ਜਿਹੀ ਲਾ ਕੇ ਉਹਦੇ ਉੱਤੇ ਪਿੱਛੋਂ ਕੈਮਰੇ ਦੇ ਨਾਲ ਲਾਈਟ ਮਾਰਦੇ, ਉੱਥੇ ਉਹਨਾਂ ਦੀ ਫੋਟੋ ਦੀਦੀ ਆ। ਹੈਲੋ, ਹਾਂਜੀ, ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ? ਨਹੀਂ, ਮੈਂ ਕਿਹਾ ਸ਼ਾਇਦ ਉਹਦਾ ਸਟੈਚੂ ਲੱਗ ਗਿਆ ਜਾਂ ਪਤਾ ਨਹੀਂ, ਕੋਈ ਇਸ ਕਿਸਮ ਦੀ ਖਬਰ ਸੁਣੀ ਸੀ ਮੈਂ। ਹਾਂਜੀ ਹਾਂਜੀ, ਇੱਦਾਂ ਦਿਖਾਉਂਦੇ ਸੀਗੇ। ਹਾਂਜੀ, ਹਾਂ, ਹੋਰ ਕੁਝ ਕਹਿਣਾ ਤੁਸੀਂ? ਮੈਂ ਬਸ ਇਹੀ ਕਿ ਸੁਭਾਸ਼ ਚੰਦਰ ਬੋਸ ਨੇ ਵੀ ਬੜੀ ਮਤਲਬ ਆਜ਼ਾਦੀ ਵਾਸਤੇ ਜੰਗ ਲੜੀ। ਉਹਨੇ ਮਤਲਬ ਅੰਗਰੇਜ਼ਾਂ ਦੇ ਖਿਲਾਫ ਮੁਹਾਜ਼ ਇਕੱਠਾ ਕੀਤਾ, 50,000 ਦੇ ਕਰੀਬ ਲੋਕ ਉਹਦੇ ਨਾਲ ਸਨ, ਤੇ ਇੰਡੀਅਨ ਨੈਸ਼ਨਲ ਆਰਮੀ ਬਣਾਈ ਉਹਨੇ। ਤੇ ਉਹਦੀਆਂ ਵੀ ਬੜੀ ਖਿਦਮਾਤ ਨੇ ਇੰਡੀਅਨ ਸਬ ਕੰਟੀਨੈਂਟ ਦੀ ਆਜ਼ਾਦੀ ਵਾਸਤੇ, ਤੇ ਉਹਨੂੰ ਇਹ ਟ੍ਰਿਬਿਊਟ ਪੇਸ਼ ਕਰਨਾ ਚਾਹੀਦਾ ਹੈ। ਬਿਲਕੁਲ ਬਿਲਕੁਲ, ਹਾਂਜੀ। ਥੈਂਕ ਯੂ ਜੀ ਡਾਕਟਰ ਮੁਹੰਮਦ ਜੀ। ਹਾਂਜੀ, ਤੁਸੀਂ? ਆਪਾਂ ਗੱਲ ਕਰਦੇ ਸੀ ਕਿ ਜਿਹੜੇ ਅਸੀਂ ਆਪਣੇ ਨੁਮਾਇੰਦੇ ਚੁਣਦੇ ਆ, ਚਾਹੇ ਉਹ ਸੈਂਟਰਲ ਲੈਵਲ ਤੇ ਆ, ਚਾਹੇ ਸਟੇਟ ਲੈਵਲ ਤੇ ਹੈਗੇ ਆ, ਚਾਹੇ ਉਹ ਪ੍ਰਾਈਮ ਮਿਨਿਸਟਰ ਹੈਗੇ, ਚਾਹੇ ਉਹ ਚੀਫ ਮਿਨਿਸਟਰ ਹੈਗੇ ਆ, ਉਹ ਐਕਚੁਅਲੀ ਲੋਕਾਂ ਲਈ, ਲੋਕਾਂ ਦੇ ਸਰਵੈਂਟ ਹੁੰਦੇ ਆ।
ਔਰ ਉਹਨਾਂ ਦੀ ਗਾਈਡਲਾਈਨ ਜਿਹੜਾ ਕਨਸਟੀਟਿਊਸ਼ਨ ਹੈਗਾ ਉਹਦੇ ਮੁਤਾਬਕ ਕੰਮ ਕਰਨਾ। ਪਰ ਭਾਰਤ ਦੇ ਵਿੱਚ ਇਹ ਹੋ ਰਿਹਾ ਕਿ ਉਹ ਆਪਣੇ ਆਪ ਨੂੰ ਮਹਾਰਾਜੇ ਸਮਝਣ ਲੱਗ ਪੈਂਦੇ ਆ। ਬਿਲਕੁਲ ਉਹ ਕਹਿੰਦੇ ਕਿ ਸਾਡੇ ਕੋਲ ਤਾਕਤ ਆ ਗਈ ਆ, ਸਾਡੀ ਪਾਰਲੀਮੈਂਟ ਵਿੱਚ ਮੈਜੋਰਟੀ ਆ, ਫਿਰ ਰਾਜ ਸਭਾ ਵਿੱਚ ਮੈਜੋਰਟੀ ਬਾਈ ਹੁੱਕ ਐਂਡ ਕਰੁੱਕ ਲੈ ਲੈਂਦੇ ਆ ਜੀ। ਤਾਂ ਫਿਰ ਜੋ ਮਰਜ਼ੀ ਮਤਲਬ ਉਹ ਕਰਦੇ ਹੈਗੇ ਆ ਜੀ। ਮਤਲਬ ਜਿਹੜੀ ਡੈਮੋਕ੍ਰੇਸੀ ਤੁਸੀਂ ਕਹਿੰਦੇ ਆ ਜਿਸ ਤਰੀਕੇ ਦੀ ਹੋਣੀ ਚਾਹੀਦੀ ਹੈਗੀ ਨਹੀਂ ਹੋਈ, ਉਹ ਉਸ ਤਰੀਕੇ ਦੀ ਨਹੀਂ ਹੈਗੀ ਜਿਹੜੀ ਕਿ ਸਾਡੇ ਸੰਵਿਧਾਨ ਬਣਾਉਣ ਵਾਲਿਆਂ ਨੇ ਮਤਲਬ ਜਿਹਦੀ ਕਲਪਨਾ ਕੀਤੀ ਸੀ। ਜਿਹੜੇ ਆਜ਼ਾਦੀ ਲੈਣ ਵਾਲੇ ਜਿਹੜੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ, ਜਿਹੜੀ ਉਹਨਾਂ ਦੀ ਕਲਪਨਾ ਸੀਗੀ ਉਸ ਟਾਈਪ ਦੀ ਜਿਹੜੀ ਹੈਗੀ ਆਜ਼ਾਦੀ ਸਾਨੂੰ ਨਹੀਂ ਮਿਲੀ। ਸੋ ਇਹਦੇ ਨਾਲ ਹੀ ਪਿਆਰੇ ਦਰਸ਼ਕੋ ਮੈਂ ਥੋੜ੍ਹਾ ਜਿਹਾ ਐਡ ਕਰਨਾ ਚਾਹੁੰਦਾ। ਬਿਲਕੁਲ ਸਹੀ ਹੈ, ਜੋ ਆਜ਼ਾਦੀ ਦੇ ਸੁਪਨੇ ਦੇਖੇ ਸੀਗੇ ਉਹ ਪੂਰੇ ਨਹੀਂ ਹੋਏ। 75 ਸਾਲ ਦੀ ਆਜ਼ਾਦੀ ਦਾ ਇਤਿਹਾਸ ਗਵਾਹ ਹੈ ਕਿ ਅਲੱਗ-ਅਲੱਗ ਪਾਰਟੀਆਂ ਨੇ ਨਾਅਰੇਬਾਜ਼ੀ ਤੋਂ ਕੰਮ ਲਿਆ। ਲੋਕਾਂ ਨੂੰ ਇਹ ਆ ਕਿ ਨਾਅਰੇ ਲਾਏ, ਸਭ ਕਾ ਸਾਥ ਸਭ ਕਾ ਵਿਕਾਸ, ਸਭ ਕਾ ਸਾਥ ਤਾਂ ਮਿਲਿਆ ਪਰ ਸਭ ਕਾ ਵਿਕਾਸ ਨਹੀਂ ਹੋਇਆ। ਔਰ ਇਸ ਤੋਂ ਵੀ ਪਹਿਲਾਂ ਥੋੜ੍ਹਾ ਜਿਹਾ ਤੁਸੀਂ ਪਿੱਛੇ ਵੱਲ ਨਿਗਾਹ ਮਾਰੋ ਕਿ ਜਿਹੜੀ ਵੀ ਹਕੂਮਤ ਆਈ ਹੈਗੀ ਆ, ਕਾਂਗਰਸ ਦੀ ਆਈ ਆ ਸ਼ੁਰੂ ਤੋਂ, ਔਰ ਉਹਨਾਂ ਨੇ ਵੀ ਵੋਟਾਂ ਲੈ ਕੇ ਲੋਕਾਂ ਨੂੰ ਝੂਠੇ ਵਾਅਦੇ ਨਾਅਰੇ ਲਾ ਕੇ ਲੋਕਾਂ ਨੂੰ ਆਪਣੇ ਮਗਰ ਲਾਇਆ, ਪਰ ਉਹ ਜਿਹੜੇ ਵਾਅਦੇ ਪੂਰੇ ਨਹੀਂ ਹੋਏ। ਮੈਨੂੰ ਇਹ ਯਾਦ ਹੈਗਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਪਹਿਲੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਸਨ, ਉਹਨਾਂ ਨੇ ਇੱਕ ਪੰਚਸ਼ੀਲ ਯੋਜਨਾ ਚਲਾਈ ਸੀ ਦਵਿੰਦਰ ਜੀ। ਔਰ ਪੰਚਸ਼ੀਲ ਯੋਜਨਾ ਦਾ ਉਹਨਾਂ ਨੇ ਬੜੇ ਲੈਕਚਰ ਕਰਦੇ ਹੁੰਦੇ, ਮੈਂ ਖੁਦ ਸੁਣੇ, ਕਾਲਜ ਸੀਗਾ ਉਦੋਂ। ਔਰ ਇਹ ਆ ਕਿ ਭਾਰਤ ਦੇ ਵਿੱਚ ਦੁੱਧ ਦੀਆਂ ਨਦੀਆਂ ਵਹਿ ਜਾਊਗੀਆਂ, ਮੁਲਕ ਜਿਹੜਾ ਮਾਲਾ ਮਾਲ ਹੋ ਜਾਏਗਾ। ਹੈ ਜੀ, ਹੁਣ ਤੁਹਾਨੂੰ ਆਪ ਹੀ ਪਤਾ ਕਿ ਦੁੱਧ ਦੀਆਂ ਨਦੀਆਂ ਹੁਣ ਤੱਕ ਕਿਹੜੀਆਂ ਵਹੀਆਂ, ਔਰ ਮੁਲਕ ਜਿਹੜਾ ਹੈਗਾ ਮਾਲਾ ਮਾਲ ਜ਼ਰੂਰ ਹੋਇਆ। ਮੁਲਕ ਦੀ GDP ਜਿਹੜੀ ਆ ਉਹ ਬਹੁਤ ਵਧੀ ਆ, 15% ਤੱਕ ਚਲੇ ਗਈ, ਹੁਣ ਉੱਥੋਂ ਥੱਲੇ ਲੈ ਕੇ 4% 'ਤੇ ਆ ਗਈ। ਮੁਲਕ ਦਾ ਸਰਮਾਇਆ ਬਹੁਤ ਵਧਿਆ, ਪਰ ਉਹ ਸਰਮਾਇਆ ਜਿਹੜਾ ਹੈਗਾ ਉਹ ਜਿਹੜੇ ਬੜੇ ਬੜੇ ਬੋਲਦੇ ਬੱਕਰੇ ਸੀਗੇ ਉਹ ਹੀ ਖਾ ਗਏ ਜੀ। ਹੈ ਜੀ, ਗਰੀਬਾਂ ਨੂੰ ਨਹੀਂ ਕੁਛ ਵੀ ਮਿਲਿਆ। ਔਰ ਉਸ ਤੋਂ ਬਾਅਦ ਇਹ ਸਾਡੀ ਬੀਬੀ ਜੀ ਇੰਦਰਾ ਗਾਂਧੀ, ਉਹਨਾਂ ਦੀ ਲੜਕੀ ਆਈ, ਔਰ ਇੰਦਰਾ ਗਾਂਧੀ ਨੇ ਇੱਕ ਬਹੁਤ ਵੱਡਾ ਨਾਅਰਾ ਲਾਇਆ। ਜਿਸਲੇ ਉਹਨੂੰ ਪਹਿਲਾਂ ਤਾਂ ਉਹਨੇ ਐਮਰਜੈਂਸੀ ਲਾਈ 71 'ਚ, ਉਸ ਤੋਂ ਬਾਅਦ ਉਹ ਬਾਹਰ ਆਈ ਤਾਂ 77 'ਚ ਉਹਨੇ ਇਲੈਕਸ਼ਨ ਲੜਿਆ, ਔਰ ਮੋਦੀ ਨਾਲੋਂ ਵੀ ਜ਼ਿਆਦਾ ਉਹਨੂੰ ਮੈਜੋਰਟੀ ਮਿਲੀ ਸੀ। ਉਹ ਇਸੇ ਕਰਕੇ ਮਿਲੀ ਕਿ ਉਹਨੇ ਇੱਕ ਨਾਅਰਾ ਲਾਇਆ ਸੀਗਾ ਕਿ ਗਰੀਬੀ ਹਟਾਓ। ਗਰੀਬੀ ਨਹੀਂ ਹਟੀ, ਗਰੀਬ ਜ਼ਰੂਰ ਹਟਾਏ ਗਏ, ਗਰੀਬ ਜ਼ਰੂਰ ਹਟਾਏ। ਔਰ ਉਹਨਾਂ ਦਾ ਲੜਕਾ ਬੇਟਾ ਜੋ ਸੀਗਾ ਰਾਜੀਵ ਗਾਂਧੀ, ਉਹਨੇ ਵੀ ਇਹ ਕਿਹਾ ਕਿ ਰੀਹੈਬਲੀਟੇਸ਼ਨ ਦਾ ਮਤਲਬ ਉਹਨੇ ਇੱਕ ਮੁਹਿੰਮ ਚਲਾਈ ਸੀਗੀ ਕਿ ਬੜੇ ਬੜੇ ਜਿਹੜੇ ਹੈਗੇ ਮੈਟਰੋਪੋਲੀਟਨ ਸਿਟੀਜ਼ ਹੈਗੇ ਆ, ਬੰਬੇ ਹੋਇਆ, ਦਿੱਲੀ ਹੋਇਆ, ਕਲਕੱਤਾ ਹੋਇਆ, ਕਰਨਾਟਕ ਹੋਇਆ, ਔਰ ਲਖਨਊ ਹੋਇਆ, ਇਹਨਾਂ ਸ਼ਹਿਰਾਂ ਦੇ ਬਾਹਰ ਜਿਹੜਾ ਆਊਟਸਾਈਡ ਸੀਗਾ ਉੱਥੇ ਇੱਕ ਝੁੱਗੀਆਂ ਦੇ ਬਹੁਤ ਵੱਡੀਆਂ ਕਲੋਨੀਆਂ ਹੁੰਦੀਆਂ ਸਨ ਜੀ। ਹੈ ਜੀ, ਹੁਣ ਥੋੜ੍ਹਾ ਘੱਟ ਗਈਆਂ, ਬਹੁਤ ਹੁੰਦੀਆਂ ਸਨ। ਉਹਨਾਂ ਨੇ ਇਹ ਕਿਹਾ ਕਿ ਬਾਹਰੋਂ ਜਿਹੜੇ ਲੋਕ ਆਉਂਦੇ, ਜਿਸਲੇ ਉਹ ਅੰਦਰ ਆਉਂਦੇ ਦੇਖਦੇ ਆ ਪਹਿਲਾਂ ਝੁੱਗੀਆਂ ਹੀ ਸਾਹਮਣੇ ਆਉਂਦੀਆਂ, ਤੇ ਇਹ ਝੁੱਗੀਆਂ ਜਿਹੜੀਆਂ ਖਤਮ ਕਰੋ, ਇਹਨਾਂ ਨੂੰ ਮਤਲਬ ਮਕਾਨ ਬਣਾ ਕੇ ਦਿਓ। ਬਲਡੋਜ਼ਰ ਲਾਤੇ ਝੁੱਗੀਆਂ ਤੇ, ਬਲਡੋਜ਼ਰ ਲਾ ਕੇ ਝੁੱਗੀਆਂ ਤੋੜੀਆਂ ਗਈਆਂ। ਮੈਨੂੰ ਇਸ ਗੱਲ ਦਾ ਆਪ ਖੁਦ ਪਤਾ ਹੈਗਾ। ਔਰ ਉਹ ਝੁੱਗੀਆਂ ਤੋੜੀਆਂ ਗਈਆਂ ਪਰ ਉਹਨਾਂ ਦੇ ਮਕਾਨ ਨਹੀਂ ਬਣੇ। ਪਿਆਰੇ ਦਰਸ਼ਕੋ, ਇਹ ਬਿਲਕੁਲ ਸੱਚੀ ਗੱਲ ਹੈ ਕਿ ਜਦੋਂ ਵੀ ਇਲੈਕਸ਼ਨ ਆਉਂਦਾ, ਉਹ ਜਿਹੜੇ ਪੁਰਾਣੇ ਉਹਨਾਂ ਦੇ ਵਿੱਚ ਕੋ ਬਚੇ ਹੈਗੇ ਆ, ਉਹਨਾਂ ਦੇ ਬਜ਼ੁਰਗ, ਉਹ ਇਹ ਗੱਲ ਜਿਹੜੇ ਇਲੈਕਟਰ ਜਿਹੜੇ ਹੈਗੇ ਆ, ਲੀਡਰ ਉੱਥੇ ਜਾਂਦੇ, ਉਹਨਾਂ ਨੂੰ ਦੱਸਦੇ ਆ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਹੁਣ ਤੁਹਾਨੂੰ ਦੱਸਿਆ ਕਿ ਮੋਦੀ ਸਾਹਿਬ ਨੇ ਆ ਕੇ ਪਹਿਲਾ ਹੀ ਨਾਅਰਾ ਸੀਗਾ ਕਿ ਸਭ ਕਾ ਸਾਥ ਸਭ ਕਾ ਵਿਕਾਸ। ਇਹ ਤੁਹਾਨੂੰ ਖੁਦ ਪਤਾ ਹੈਗਾ ਕਿ ਕਿੰਨਾ ਵਿਕਾਸ ਹੋਇਆ। ਔਰ ਸਾਡੇ ਜਿਸ ਤਰ੍ਹਾਂ ਦਵਿੰਦਰ ਨੂੰ ਨੇ ਕਿਹਾ ਕਿ ਰਿਜ਼ਰਵ ਸੀਟਾਂ ਦੇ ਉੱਤੇ 131 ਜਿਹੜੇ ਸਾਡੇ MLA MP ਜਾਂਦੇ ਆ, ਔਰ 1200-1300 ਜਿਹੜੇ ਹੈਗੇ ਆ MLA ਆਲ ਇੰਡੀਆ ਜਾਂਦੇ ਹੈਗੇ, ਇਸ ਤੋਂ ਵੀ ਵੱਧ ਹੈਗੇ ਆ। ਪਰ ਉਹ ਪਾਰਲੀਮੈਂਟ ਦੇ ਵਿੱਚ ਵੀ ਇਹ ਸਾਬਤ ਹੋਇਆ ਕਿ ਗੂੰਗੇ ਔਰ ਬੋਲੇ ਬੈਠੇ, ਇਸ ਤਰ੍ਹਾਂ ਉਹ ਮੁਣਮਣਾ ਬਣ ਕੇ ਬੈਠੇ ਰਹਿੰਦੇ ਆ, ਹੈ ਨਹੀਂ। ਔਰ ਕੋਈ ਜਦ ਵੀ ਕੋਈ ਆਫਤ ਆਉਂਦੀ ਹੈ ਗਰੀਬਾਂ ਮਜਲੂਮਾਂ ਦੇ ਉੱਤੇ, ਥਾਂ ਥਾਂ ਰੇਪ ਹੁੰਦੇ ਆ, ਥਾਂ ਥਾਂ ਕਤਲੇਆਮ ਹੁੰਦੇ ਆ, ਤਸ਼ੱਦਦ ਹੁੰਦੇ ਆ, ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਬਿਲਕੁਲ ਨਹੀਂ ਨਿਕਲਦੀ। ਸੋ ਇਹ ਹੈਗੀ ਆ ਸਾਡੀ ਜਿਹੜੀ ਹੈਗੀ ਆ ਪੋਲੀਟੀਕਲ ਜਿਹੜੀ ਆਜ਼ਾਦੀ ਸੀ। ਔਰ ਬਾਬਾ ਸਾਹਿਬ ਨੇ ਵੀ ਇਹ ਕਿਹਾ ਸੀਗਾ ਕਿ ਪਾਰਲੀਮੈਂਟ ਜਿਹੜਾ ਮੈਂ ਇਹ ਸੀਗਾ ਦੇਵਤਿਆਂ ਦਾ ਘਰ ਬਣਾਇਆ ਸੀ ਜੀ, ਔਰ ਇਸ ਦੇ ਉੱਤੇ ਸ਼ੈਤਾਨਾਂ ਨੇ ਕਬਜ਼ਾ ਕਰ ਲਿਆ।
ਹੁਣ ਅਸੀਂ ਥੋੜ੍ਹੀ ਜਿਹੀ ਗੱਲ ਇਹ ਆ ਕਿ ਜਿਸ ਦੇ ਉੱਤੇ ਮੈਂ ਥੋੜ੍ਹਾ ਜਿਹਾ ਟੱਚ ਕੀਤਾ ਕਿ ਆਰਥਿਕ ਜਿਹੜੀ ਆਜ਼ਾਦੀ ਆ ਹੈ ਜੀ, ਇਹਦੇ ਬਾਰੇ ਤੁਸੀਂ ਦੱਸੋਗੇ ਦਵਿੰਦਰ ਜੀ ਵੀ ਗਰੋਥ ਕਿੰਨੀ ਕੁ ਹੁੰਦੀ ਆ ਅੱਜ ਕੱਲ੍ਹ ਔਰ ਲੋਕ ਅਨਪੜ੍ਹ ਕਿੰਨੇ ਕੁ ਆ? ਦੇਖੋ ਇਹ ਗਰੋਥ ਦਾ ਤਾਂ ਜਿਹੜਾ ਨਾ ਹੁਣ ਮੌਜੂਦਾ ਜਿਹੜਾ ਹਾਲਾਤ ਹੈਗੇ ਆ ਜੀ, ਉਹ ਤਾਂ ਇੱਦਾਂ ਕਿ ਜਿਹੜੀ ਗਰੋਥ ਜਿੰਨੀ ਚਾਹੀਦੀ ਸੀਗੀ ਉਨੀ ਤਾਂ ਹੋਈ ਨਹੀਂ, ਉਸ ਰਿਵਰਸ ਗੇਅਰ 'ਚ ਹੋ ਗਿਆ ਕੰਮ। ਬਿਲਕੁਲ ਬਿਲਕੁਲ। ਹਾਂ, ਜੇ ਤੁਸੀਂ ਕੋਲ ਲੈਣੀ ਤਾਂ ਲੈ ਲਓ ਪਹਿਲਾਂ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਕੀ ਕਹਿਣਾ ਚਾਹੁੰਦੇ ਪਿਆਰੇ ਦਰਸ਼ਕੋ? ਭਰਾਵਾਂ ਨੂੰ ਜੈ ਗੁਰਦੇਵ, ਜੈ ਭੀਮ। ਸਰਕਾਰ ਮੈਂ ਦੀਵਾਨ ਮਿੰਦਰਾ ਬੋਲ ਰਿਹਾ। ਦੀਵਾਨ ਮਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ ਤੇ। ਸਰਕਾਰ ਮੈਂ ਕਾਂਸ਼ੀ ਟੀਵੀ ਦਾ ਬੜਾ ਹੀ ਧੰਨਵਾਦੀ ਹਾਂ। ਉਹਨਾਂ ਨੇ ਕੱਲ ਜਦੋਂ ਪਰੇਡ ਖਤਮ ਹੋਈ ਉਸ ਵੇਲੇ ਹੀ ਜਿਹੜਾ ਮੇਰਾ 26 ਜਨਵਰੀ ਦਾ ਗੀਤ ਗਾਇਆ ਉਹਨਾਂ ਨੇ ਲਾਇਆ ਸੀ, ਔਰ ਉਦੋਂ ਹੀ ਬਾਅਦ ਦੇ ਵਿੱਚ 20 ਮਿੰਟ ਬਾਅਦ ਫੇਰ ਉਹੀ ਗੀਤ ਲਾਇਆ। ਮੈਂ ਬੜਾ ਧੰਨਵਾਦੀ ਹਾਂ ਕਿ ਮੇਰਾ ਜਿਹੜਾ ਕੰਮ ਕੀਤਾ ਸੀ ਉਹਨੂੰ ਅੱਗੇ ਪਹੁੰਚਾ ਰਹੇ ਆ ਜੀ। ਤੇ ਅੱਜ ਮੈਂ ਸੀਮਾ ਤੇਰੇ ਕੋਣ ਗਾਵਾਂ, ਇਹ ਉਹਨਾਂ ਦੇ ਪਿਆਰ ਦੇ ਵਿੱਚ ਕੋਈ ਲਫ਼ਜ਼ ਕਹਿਣਾ ਚਾਹੁੰਦਾ ਆ। ਬਿਲਕੁਲ। ਕਹਿੰਦੇ ਭੀਮਾ ਤੇਰੇ ਗੁਣ ਗਾਵਾਂ ਸ਼ਬਦ ਨਹੀਂ ਲੱਭਦੇ ਜੀ ਜੀ। ਤੇਰੇ ਹਾਂ ਮਰੀਦ ਰਹਿਬਰਾ ਜਿਵੇਂ ਹੁੰਦੇ ਨੇ ਮਰੀਦ ਲੋਕੀ ਰੱਬ ਦੇ ਜੀ। ਭੀਮਾ ਤੇਰੇ ਗੁਣ ਗਾਵਾਂ ਜੀ ਜੀ। ਜੱਗ ਵਿੱਚ ਆਗੂ ਹੋਏ ਬੇਸ਼ੁਮਾਰ ਵੇ ਤੇਰਾ ਤਾਂ ਦੀਦਾਰ ਭੀਮਾ ਤੇਰਾ ਹੀ ਦੀਦਾਰ ਏ ਜੀ। ਐਸਾ ਇਤਿਹਾਸ ਰਚਿਆ ਜਿਹਦੇ ਵਿੱਚ ਨੇ ਹਾਲਾਤ ਲਿਖੇ ਸਭ ਦੇ ਜੀ ਜੀ। ਮੈਂ ਤੇਰੇ ਗੁਣ ਗਾਵਾਂ। ਜੀ ਜੀ। ਹਾਂਜੀ। ਆਗੂ ਸੰਵਿਧਾਨ ਪਿਤਾ ਭੀਮ ਮਹਾਨ ਏ ਮੁਕਤੀ ਦਾ ਦਾਤਾ ਬੋਧੀ ਸਤ ਵਿਦਵਾਨ ਏ ਕੋਈ ਕਹੇ ਭਾਰਤ ਰਤਨ ਕੋਈ ਕਹਿੰਦਾ ਹੈ ਮਸੀਹਾ ਤੈਨੂੰ ਜਗ ਦੇ ਉਹ ਭੀਮਾ ਤੇਰੇ ਗੁਣ ਗਾਵਾਂ। ਥੈਂਕ ਯੂ। ਯਾ ਵੈਰੀ ਨਾਈਸ। ਮਿੱਟੀ ਵਿੱਚ ਪੈਦਾ ਹੋ ਆਕਾਸ਼ ਤੱਕ ਛਾ ਗਿਆ ਜੀ। ਲੁੱਟਿਆਂ ਲਤਾੜਿਆਂ ਨੂੰ ਮੰਜ਼ਲਾਂ ਦਿਖਾ ਗਿਆ ਨਿਤ ਨਹੀਂਓ ਪੁੱਤ ਜੰਮਣੇ ਐਸੇ ਲਾਲ ਨਾ ਹਜ਼ਾਰੀ ਲੱਖੀ ਲੱਭਦੇ ਭੀਮਾ ਤੇਰੇ ਗੁਣ ਗਾਵਾਂ। ਜੀ ਜੀ। ਸਮਿਆਂ ਦੇ ਹਿੱਕ ਉੱਤੇ ਲਿਖੀਆਂ ਕਹਾਣੀਆਂ ਗਾਉਂਦਾ ਏ ਜ਼ਮਾਨਾ ਗੀਤ ਗਾਉਂਦੀਆਂ ਸੁਆਣੀਆਂ ਜੀ। ਗੀਤ ਸੋਹਣ ਸਹਿਜ ਲਿਖੇ ਗੀਤ ਲਿਖਦਾ ਹੈ ਜਿਹਦੇ ਉਹ ਨੇ ਵੇਖਦੇ ਭੀਮਾ ਤੇਰੇ ਗੁਣ ਗਾਵਾਂ। ਵੈਰੀ ਨਾਈਸ। ਭੀਮਾ ਤੇਰੇ ਗੁਣ ਗਾਵਾਂ। ਲੌਂਗ ਲਿਵ ਸੋਹਣ ਸਹਿਗਲ, ਵੈਰੀ ਨਾਈਸ ਕਵਿਤਾ ਉਹਨਾਂ ਦੀ। ਔਰ ਤੁਹਾਡਾ ਦੀਵਾਨ ਜੀ ਬਹੁਤ ਬਹੁਤ ਧੰਨਵਾਦ। ਵੈਰੀ ਨਾਈਸ ਕਵਿਤਾ ਹੈ, ਐਵਰੀ ਟਾਈਮ ਤੁਸੀਂ ਲੈ ਕੇ ਆਉਂਦੇ ਆ। ਹਾਂਜੀ, ਤੁਸੀਂ ਦਮਿੰਦਰ ਜੀ ਗੱਲ ਕਰਦੇ ਸੀਗੇ ਆਰਥਿਕ ਮਸਲਿਆਂ ਦੀ ਗੱਲ ਕਰਦੇ ਹੈਗੇ ਕਿ ਲੋਕਾਂ ਦੇ ਜਿਹੜੇ ਹਾਲਾਤ ਜਿਹੜੇ ਹੋਣੇ ਚਾਹੀਦੇ ਸੀ, ਜਿਸ ਤਰੀਕੇ ਨਾਲ ਤਰੱਕੀ ਹੋਣੀ ਚਾਹੀਦੀ ਸੀਗੀ ਉਹ ਹੋਈ ਨਹੀਂ ਹੈਗੀ। ਹਾਲੇ ਵੀ ਜਿਹੜੇ ਲੋਕ ਹੈਗੇ ਆ 270 ਮਿਲੀਅਨ ਲੋਕ ਜਿਹੜੇ ਹੈਗੇ ਆ ਜੀ, ਮਤਲਬ ਉਹ ਗਰੀਬੀ ਰੇਖਾ ਤੋਂ ਥੱਲੇ ਬਿਲੋ ਦਾ ਪਾਵਰਟੀ ਲਾਈਨ ਜਿਹੜੇ ਹੈਗੇ ਆ ਉਹ ਰਹਿੰਦੇ ਹੈਗੇ। ਮਤਲਬ ਜਿਨ੍ਹਾਂ ਦੀ ਤਨਖਾਹ ਜਿਹੜੀ ਆ 35 ਰੁਪਏ ਦਿਹਾੜੀ ਦੀ ਵੀ ਨਹੀਂ ਹੈਗੀ ਉਹ ਸ਼ਹਿਰਾਂ ਦੇ ਵਿੱਚ, ਔਰ 27 ਰੁਪਏ ਪਿੰਡਾਂ ਦੇ ਵਿੱਚ। ਮਤਲਬ ਇਹ ਜਿਹੜੇ ਉਹਨਾਂ ਟਾਰਗੇਟ ਰੱਖਿਆ ਹੈਗਾ ਉਹਦੇ ਹਿਸਾਬ ਨਾਲ। ਹਾਂਜੀ। ਔਰ ਜਿਹੜਾ ਪਾਣੀ 380 ਮਿਲੀਅਨ ਲੋਕ ਜਿਨ੍ਹਾਂ ਕੋਲ ਪੀਣ ਵਾਲਾ ਪਾਣੀ ਨਹੀਂ ਅਵੇਲੇਬਲ, ਸਾਫ਼ ਪਾਣੀ ਦੇਖੋ ਨਹੀਂ ਮਿਲਦਾ ਹੈਗਾ। ਔਰ ਜੇ ਉਹਨਾਂ ਨੂੰ ਦੇਖਿਆ ਜਾਵੇ ਔਰ ਜਿਸ ਤੱਕ ਐਜੂਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਜੀ 290 ਮਿਲੀਅਨ 290 ਮਿਲੀਅਨ ਅਨਪੜ੍ਹ ਲੋਕ ਆ। ਔਰ ਦੇਖੋ ਐਜੂਕੇਸ਼ਨ ਤੇ ਕਿੰਨੀ ਇਹੋ ਤਰੱਕੀ ਕਰ ਰਹੇ ਆ ਕਿ ਉਹਨੂੰ ਤਕਰੀਬਨ ਤੀਜਾ ਹਿੱਸਾ ਲੋਕ ਅਨਪੜ੍ਹ ਆ, ਖਾਸ ਤੌਰ ਤੇ ਪਿੰਡਾਂ ਦੇ ਵਿੱਚ। ਅਨਪੜ੍ਹ ਦਾ ਮਤਲਬ ਹੈ ਜਿਹੜੇ ਸਾਈਨ ਵੀ ਨਹੀਂ ਕਰ ਸਕਦੇ। ਔਰ ਗੌਰਮੈਂਟ ਜਿਹੜੀ ਆ ਐਜੂਕੇਸ਼ਨ ਨੂੰ ਵੇਚੀ ਜਾ ਰਹੀ ਆ, ਪ੍ਰਾਈਵੇਟ ਕਰੀ ਜਾਂਦੀ ਹੈਗੀ। ਔਰ ਜਿਹੜੇ ਸਰਕਾਰੀ ਅਦਾਰੇ ਜਿਹੜੇ ਹੈਗੇ ਆ ਉਹ ਬੰਦ ਕਰੀ ਜਾਂਦੇ ਹੈਗੇ ਜੀ। ਹਾਂਜੀ। ਫਿਰ ਬਾਕੀ ਜਿਹੜੇ ਸਰਕਾਰੀ ਮਹਿਕਮੇ ਜਿਹੜੇ ਹੈਗੇ ਆ ਜੀ, ਉਹਨਾਂ ਦੇ ਵਿੱਚ ਜਿਹੜੇ 73 ਸਰਕਾਰੀ ਮਹਿਕਮਿਆਂ ਦੇ ਵਿੱਚ ਆਪਾਂ ਦੇਖੀਏ ਉਹਨਾਂ ਜਿਹੜੀਆਂ ਜੋਬਾਂ ਹੈਗੀਆਂ ਜਿਹੜੀਆਂ ਸ਼ੈਡਿਊਲਡ ਕਾਸਟਾਂ ਨੂੰ ਜੋਬਾਂ ਮਿਲਣੀਆਂ ਚਾਹੀਦੀਆਂ ਸੀਗੀਆਂ, ਬਿਲਕੁਲ ਉਹਦੇ ਵਿੱਚ 250
मतलब 2,50,000 50,000 2,50,000 ਜਿਹੜੇ ਸ਼ਡਿਊਲਡ ਕਾਸਟਾਂ ਦੇ ਔਰ 2,82,000 ਤੋਂ ਵੱਧ ਜਿਹੜੇ ਹੈਗੇ ਆ ਉਹ ਸ਼ਡਿਊਲਡ ਟ੍ਰਾਈਬਸ ਦੀਆਂ ਜਿਹੜੀਆਂ ਵੈਕੈਂਸੀ ਹੈ ਖਾਲੀ ਆ, ਭਰਦੇ ਹੀ ਨਹੀਂ ਮਤਲਬ ਜਿਹੜੇ ਵੀ ਮੇਨ ਅਦਾਰੇ ਜਿਹੜੇ ਹੈਗੇ ਆ। ਬਾਕੀ ਜੇ ਸਫਾਈ ਕਰਮਚਾਰੀ ਹੋਣ ਤਾਂ ਉੱਥੇ 100% ਜਿਹੜੇ ਬੰਦੇ ਸਾਡੇ ਹੁੰਦੇ ਆ ਜੀ। ਸੋ ਇਸ ਤਰੀਕੇ ਨਾਲ ਜਿਹੜੇ ਆਰਥਿਕ ਤੌਰ 'ਤੇ ਹੁਣ ਤਾਂ ਜਦੋਂ ਆਜ਼ਾਦੀ ਆ ਸਰਕਾਰ ਆਏਗੀ ਸਗੋਂ ਅੱਗੇ ਨਾਲ ਵੀ ਜਿਹੜੀ ਬੇਰੁਜ਼ਗਾਰੀ ਆ ਵਧੀ ਹੈਗੀ ਆ। ਜਦੋਂ ਵਾਅਦਾ ਤੇ ਕੀਤਾ ਸੀ 2 ਕਰੋੜ ਨੂੰ ਨੌਕਰੀ ਦੇਵਾਂਗੇ ਐਵਰੀ ਈਅਰ, ਪਰ ਇਹ ਲੱਗਦਾ ਕਿ ਉਹਦੇ ਰਿਵਰਸ ਗੇਜ 'ਚ ਇਹਨਾਂ ਨੇ ਗਲਤ ਕਹਿ ਦਿੱਤਾ। ਔਰ ਕਹਿਣਾ ਇਹਨਾਂ ਨੂੰ ਵੀ ਚਾਹੀਦਾ ਕਿ 2 ਕਰੋੜ ਦੀ ਜਿਹੜੀ ਨੌਕਰੀ ਆ ਖੋਵਾਂਗੇ, ਜਿਹੜੀ ਇਹਨਾਂ ਨੇ ਕੀਤੀ ਹੈਗੀ ਆ। ਔਰ ਦੇਖੋ ਪਿਆਰੇ ਦਰਸ਼ਕੋ, ਇਹ ਫਿਗਰ ਦਵਿੰਦਰ ਹੁਣੀ ਜਿਹੜੀਆਂ ਦਸੀਆਂ ਇਹ ਐਵੇਂ ਨਹੀਂ ਹੈਗੀਆਂ, ਬਹੁਤ ਵੱਡੀਆਂ ਵੱਡੀਆਂ ਫਿਗਰ ਹੈਗੀਆਂ ਕਿ ਲੋਕ ਗਰੀਬ ਕਿੱਦਾਂ ਆ, ਲੋਕ ਅਨਪੜ੍ਹ ਕਿੰਨੇ ਆ, ਲੋਕਾਂ ਨੂੰ ਪਾਣੀ ਪੀਣ ਦਾ ਮਤਲਬ ਜਿਹੜਾ ਸਾਫ਼ 75 ਸਾਲ ਬਾਅਦ ਉਹ ਵੀ ਨਹੀਂ ਮੁਹੱਈਆ ਹੋ ਸਕਿਆ। ਔਰ ਇਸ ਬਿਮਾਰੀ ਦੇ ਦੌਰਾਨ 'ਚ ਪਿਛਲੇ 2 ਸਾਲਾਂ ਦੇ ਵਿੱਚ ਇਹ ਉਸ ਤੋਂ ਪਹਿਲਾਂ ਦੀਆਂ ਫਿਗਰਾਂ ਪਿਆਰੇ ਦਰਸ਼ਕੋ, ਹੁਣ ਤਾਂ ਫਿਗਰਾਂ ਹੀ ਉਹ ਰੱਖਣੋਂ ਦਵਿੰਦਰ ਜੀ ਉਹਨਾਂ ਨੇ ਬੰਦ ਕਰਤੀਆਂ ਹਾਂਜੀ। ਕਈਆਂ ਚੀਜ਼ਾਂ ਦਾ ਜਿਹੜਾ ਹੈਗਾ ਰਾਈਟ ਟੂ ਇਨਫੋਰਮੇਸ਼ਨ RTI ਉਹ ਵੀ ਨਹੀਂ ਦਿੰਦੇ, ਉਹ ਬੰਦ ਹੀ ਕੀਤਾ ਹੈ ਤਕਰੀਬਨ ਹੈ ਜੀ। ਉਹ ਜਿਹੜਾ ਫਿਗਰ ਜਿਹੜੀ ਰੱਖਣੀਆਂ ਬੰਦ ਕਰ ਦਿੱਤੀਆਂ ਕਿਉਂਕਿ ਉਹ ਉਹਨਾਂ ਦੇ ਖਿਲਾਫ ਜਾਂਦੀਆਂ, ਕਹਿੰਦੇ ਆ ਵੀ ਹਾਲੇ ਸਾਡੇ ਕੋਲ ਅਵੇਲੇਬਲ ਨਹੀਂ ਹੈਗੀ ਆ। ਔਰ ਕਰੋਨਾ ਵਾਇਰਸ ਦੇ ਦੌਰਾਨ ਤੁਸੀਂ ਦੇਖਿਆ ਕਿ ਸੜਕਾਂ ਦੇ ਲੋਕ ਕਿੱਦਾਂ ਘਰੋਂ ਕੱਢ ਕੇ ਮਾਰੇ, ਔਰ ਉਹ ਲੋਕ ਆਪਣੇ ਘਰਾਂ ਦੇ ਵਿੱਚ ਕੋਈ ਪਹੁੰਚਾ, ਕੋਈ ਬਿਮਾਰ ਪਹੁੰਚਾ, ਕੋਈ ਮਰ ਗਿਆ ਰਾਹ ਦੇ ਵਿੱਚ, ਔਰ ਲਾਸ਼ਾਂ ਚੱਕ ਦਰਿਆਵਾਂ ਦੇ ਵਿੱਚ ਸੁੱਟੀਆਂ। ਤੁਸੀਂ ਦੇਖੀਆਂ ਕਿੰਨੀ ਜਹਾਲਤ ਸੀਗੀ ਬਿਮਾਰੀ ਦੇ ਟਾਈਮ 'ਤੇ। ਔਰ ਉਹ ਜਿਹੜੇ ਲੋਕ ਉਸ ਟਾਈਮ ਦੇ ਉੱਤੇ ਵਿਹਲੇ ਹੋਏ ਆ ਉਹ ਇਸ ਗਿਣਤੀ 'ਚ ਨਹੀਂ ਆਉਂਦੇ। ਜੇ ਸਹੀ ਜੇ ਸਹੀ ਫਿਗਰ ਲਵੋ, ਜੇ 270 ਮਿਲੀਅਨ ਅਨਇੰਪਲੋਇਡ ਹੈ, ਉਹ 2 ਸਾਲ ਪਹਿਲਾਂ ਦੀ ਫਿਗਰ ਹੈਗੀ ਆ। ਹੁਣ ਤਾਂ ਉਹ ਤਕਰੀਬਨ ਦੁੱਗਣੀ ਤਿੱਗਣੀ ਹੋਏਗੀ ਹੈ ਜੀ। ਹੁਣ ਤਾਂ 500-600 ਮਿਲੀਅਨ ਹੈ ਜੀ। ਦੇਖੋ ਹੁਣ ਜਿਹੜਾ ਜਿੰਨੇ ਹੈਗੇ ਅਦਾਰੇ ਜਿਹੜੇ ਸਰਕਾਰੀ ਅਦਾਰੇ ਸੀਗੇ ਨੈਸ਼ਨਲ ਮਤਲਬ ਸੀਗੇ, ਉਹਨਾਂ ਨੂੰ ਸਾਰੇ ਪ੍ਰਾਈਵੇਟਾਈਜ਼ ਕਰੀ ਜਾਂਦੇ ਹੈਗੇ। ਬਿਲਕੁਲ ਹੈ ਜੀ। ਸੋ ਜਦ ਪ੍ਰਾਈਵੇਟਾਈਜ਼ ਕਰੀ ਤਾਂ ਉਹਨਾਂ ਨੌਕਰੀਆਂ ਹੋਰ ਘਟਦੀਆਂ ਹੈਗੀਆਂ। ਦੇਖੋ ਜੀ ਗੌਰਮੈਂਟ ਦੇ 73 ਮਹਿਕਮੇ ਆ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ, ਜੈ ਗੁਰਦੇਵ, ਜੈ ਭੀਮ ਜੀ। ਮੈਂ ਸਤਿਆ ਰਤੂ ਬੋਲਦੀ ਹਾਂ ਵੁਲਵਰਹੈਂਪਟਨ ਤੋਂ। ਹਾਂ ਸਤਿਆ ਰਤੂ ਜੀ, ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ। ਮੈਂ ਕਿਹਾ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ। ਮੈਂ ਕਿਹਾ ਵੀ ਕੱਲ੍ਹ ਦੇ ਦਿਨ 26 ਜਨਵਰੀ ਦੀਆਂ ਤੁਹਾਨੂੰ ਬਾਬਾ ਸਾਹਿਬ ਦੇ ਸੰਵਿਧਾਨ ਡੇ ਦੀਆਂ ਲੱਖ ਵਧਾਈਆਂ ਹੋਣ। ਤੁਹਾਨੂੰ ਵੀ ਬਹੁਤ ਵਧਾਈਆਂ ਜੀ ਬਾਬਾ ਸਾਹਿਬ ਦੇ ਇਹ ਬਹੁਤ ਵੱਡੇ ਦਿਨ ਤੇ। ਸਾਡੇ ਲਈ ਤਾਂ ਬੜਾ ਵੱਡਾ ਮਾਣ ਦਾ ਦਿਨ ਆ ਜੀ। ਤੇ ਜਿਹੜਾ ਕੱਲ ਮਨਾਇਆ ਬੜੀ ਧੂਮ-ਧਾਮ ਨਾਲ ਮਨਾਇਆ ਕਾਂਚੀ ਟੀਵੀ ਨੇ ਵੀ। ਤੁਸੀਂ ਕਵਿਤਾ ਇਹਦੇ ਤੇ ਕੋਈ ਸੁਣਾ ਦਿਓ। ਹਾਂਜੀ, ਮੈਂ ਤੁਹਾਨੂੰ ਕਵਿਤਾ ਸੁਣਾਉਂਦੀ ਹਾਂ। ਬਿਲਕੁਲ ਥੈਂਕ ਯੂ। ਦਰਦ ਮਟਾਉਣ ਵਾਲਾ ਜਿੱਦਾਂ ਬਾਬਾ ਸਾਹਿਬ ਸੀ ਇੱਕ ਸਾਡੇ ਜੀ। ਦੁਖੀ ਦਿਲਾਂ ਦੇ ਦਰਦ ਮਟਾਉਣ ਵਾਲਾ, ਵਿੱਚ ਜੱਗ ਦੇ ਜੰਮਦਾ ਕੋਈ। ਹਰ ਕੋਈ ਕਹੇ ਰਾਮ ਦੀ ਮਿਲੇ ਇਹ ਰੋਟੀ, ਪਰ ਜਾਨ ਸੂਲੀ ਤੇ ਟੰਗਦਾ ਕੋਈ ਜੀ। ਪਰ ਜਾਨ ਸੂਲੀ ਤੇ ਟੰਗਦਾ ਕੋਈ ਕੌਮ ਦਾ ਝੰਡਾ ਬੁਲੰਦ ਕਰਦਾ। ਬਿਲਕੁਲ। ਕੋਈ ਕੌਮ ਦਾ ਝੰਡਾ ਬੁਲੰਦ ਕਰਦਾ, ਨਾਲ ਖੂਨ ਦੇ ਰੰਗ ਦਾ ਕੋਈ। ਆਪਣੇ ਵਾਸਤੇ ਮੰਗਦੇ ਜੱਖੂ, ਆਪਣੇ ਵਾਸਤੇ ਮੰਗਦੇ ਕੁੱਲ ਜੱਖੂ, ਲੋਕਾਂ ਵਾਸਤੇ ਮੰਗਦਾ ਕੋਈ। ਕਿਉਂ ਜਿੱਦਾਂ ਬਾਬਾ ਸਾਹਿਬ ਸੀ ਉਹ ਮੰਗਦੇ ਸੀ ਸਾਰਿਆਂ ਲਈ, ਤੇ ਕੋਈ ਕੌਮ ਦਾ ਝੰਡਾ ਵੀ ਬੁਲੰਦ ਕਰਦਾ ਆ। ਆਗੇ ਲੈਣੇ ਲੋਕਾਂ ਵਾਸਤੇ ਮੰਗਦਾ ਕੋਈ। ਬਿਲਕੁਲ ਹਾਂਜੀ, ਕੋਈ ਨਹੀਂ ਕਿਸੇ ਵਾਸਤੇ ਮੰਗਦਾ। ਇੱਕ ਬਾਬਾ ਸਾਹਿਬ ਸੀਗੇ ਜਿਹੜੇ ਸਾਡੀ ਬਹੁਤ ਕੁਰਬਾਨੀ ਦਿੱਤੀ, ਕੁਰਬਾਨੀ ਕੀਤੀ। ਉਹਨਾਂ ਨੇ ਕਿਹੜੀ ਸਾਡੀ ਇਕੱਲਿਆਂ ਲਈ ਕੀਤੀ, ਸਾਰੇ ਆਪਣੇ ਪੰਜਾਬ ਸਾਰੇ ਦੀ ਉਹਨਾਂ ਦੀ ਕੁਰਬਾਨੀ ਹੈ। ਬਿਲਕੁਲ। ਉਹਨਾਂ ਦੇ ਸੰਵਿਧਾਨ ਤੇ ਅੱਜ ਚੱਲਦੇ ਆ ਜੀ। ਜੇ ਸੰਵਿਧਾਨ ਨਾ ਹੁੰਦਾ ਤਾਂ ਪਤਾ ਨਹੀਂ ਉੱਥੇ ਕੀ ਹੋਣਾ ਸੀਗਾ। ਬਿਲਕੁਲ। ਪਹਿਲਾਂ ਉਦਾਂ ਤਾਂ ਕਹਿੰਦੇ ਅਸੀਂ ਸੰਵਿਧਾਨ ਨੂੰ ਮੰਨਦੇ ਨਹੀਂ,
ਹੁਣ ਉੱਥੇ ਜਿਹੜੇ ਜਿੰਨੇ ਵੀ ਨੇਤੇ ਆ ਸਭ ਚੱਕ ਕੇ ਫਾਈਲਾਂ ਤਾਂ ਤੁਰੇ ਹੋ ਆ, ਬਿਲਕੁਲ ਸੰਵਿਧਾਨ ਤੋਂ ਹੀ ਚੱਲਦੇ ਆ ਗੱਲ ਤਾਂ। ਤੇ ਬਹੁਤ ਖੁਸ਼ੀ ਦੀ ਗੱਲ ਆ, ਤੁਸੀਂ ਪ੍ਰੋਗਰਾਮ ਦਿੰਦੇ ਬਹੁਤ ਵਧੀਆ। ਤੇ ਆਪਣੇ ਦੋਨਾਂ ਵੀਰਾਂ ਨੂੰ ਮੇਰੀ ਵੱਲੋਂ ਜੈ ਗੁਰਦੇਵ, ਜੈ ਭੀਮ। ਜੈ ਭੀਮ, ਥੈਂਕ ਯੂ। ਆਪਾਂ ਗੱਲ ਕਰਦੇ ਕੋਈ ਜਿੰਨੀਆਂ ਵੀ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰੀ ਜਾਂਦੇ ਹੈਗੇ, ਬਿਲਕੁਲ ਬਿਲਕੁਲ, ਨੌਕਰੀਆਂ ਦਾ ਖਾਤਮਾ ਕਰੀ ਜਾਂਦੇ ਹੈਗੇ ਆ, ਖਾਸ ਕਰਕੇ ਰਿਜ਼ਰਵੇਸ਼ਨ ਦਾ ਜਿਹੜਾ ਹੈਗਾ ਉਹ ਤਾਂ ਚੈਪਟਰ ਹੀ ਕਲੋਜ਼ ਕਰੀ ਜਾਂਦੇ ਹੈਗੇ। ਜੀ ਜੀ। ਅੱਜ ਦੀ ਜਿਹੜੀ ਖਬਰ ਹੈਗੀ ਆ, ਹਾਂਜੀ, 에ਅਰ ਇੰਡੀਆ, 에ਅਰ ਇੰਡੀਆ ਫਲਾਈਟ ਜਿਹੜੀ ਹੈਗੀ ਆ ਉਹ ਅੱਜ ਹੈਂਡਓਵਰ ਕਰ ਅੱਜ ਹੈਂਡਓਵਰ ਟਾਟਾ ਗਰੁੱਪ ਨੂੰ ਕਰ ਦਿੱਤੀ। ਦੇਖ ਲਓ ਹੈ ਜੀ, ਇਹ ਜਿਹੜੀ ਨਾ 1932 ਦੇ ਵਿੱਚ ਟਾਟਾ ਗਰੁੱਪ ਨੇ ਬਣਾਈ ਸੀ, ਟਾਟਾ ਗਰੁੱਪ ਫਾਊਂਡਰ JRD, ਜੀ JRD ਟਾਟਾ, ਉਹਨਾਂ ਨੇ ਮਤਲਬ ਉਹਨਾਂ ਨੂੰ ਬਣਾਈ ਸੀਗੀ। ਪਹਿਲੀ ਫਲਾਈਟ 1932 ਦੇ ਵਿੱਚ ਸ਼ੁਰੂ ਹੋਈ ਸੀ ਕਰਾਚੀ ਤੋਂ ਬੰਬੇ ਤੱਕ, ਮਤਲਬ ਇਹੀ ਸੀਗਾ ਇਹਦਾ ਰਾਹ। ਫਿਰ 1953 ਦੇ ਵਿੱਚ ਨੈਸ਼ਨਲਾਈਜ਼ ਹੋਈ, 1953 ਦੇ ਵਿੱਚ। ਔਰ ਅੱਜ ਫਿਰ ਮੋਦੀ ਹੋਣਾ ਨੇ ਚਾਬੀਆਂ ਜਿਹੜੀਆਂ ਸੀ ਮੁੜ ਕੇ ਟਾਟਾ ਗਰੁੱਪ ਨੈਸ਼ਨਲਾਈਜ਼ ਕਰਨ ਦੇ ਵਿੱਚ ਬਾਬਾ ਸਾਹਿਬ ਦਾ ਬਹੁਤ ਵੱਡਾ ਹੱਥ ਸੀ। ਦੈਟਸ ਰਾਈਟ, ਬਿਲਕੁਲ। ਹਾਂਜੀ, ਕਰਕੇ ਬਾਬਾ ਸਾਹਿਬ ਨੇ ਤਾਂ ਕਹਿੰਦੇ ਕਿ ਜਿਹੜੀਆਂ ਚੀਜ਼ਾਂ ਹੈਗੀਆਂ ਜਿੰਨੀਆਂ ਵੀ ਹੈਗਾ, ਜਿੰਨਾ ਵੀ ਮਤਲਬ ਐਸੈਟਸ ਹੈਗੇ ਆ, ਐਸੈਟ ਜਿਹੜੇ ਹੈਗੇ, ਉਹ ਚਾਹੁੰਦੇ ਸੀ ਕਿ ਜਿਹੜਾ ਸਟੇਟ ਕੰਟਰੋਲ, ਜਿਹੜਾ ਨਾ ਸੰਵਿਧਾਨਿਕ ਸਮਾਜਵਾਦ ਚਾਹੀਦਾ ਭਾਰਤ ਵਿੱਚ। ਬਿਲਕੁਲ, ਸੰਵਿਧਾਨਿਕ ਕਨਸਟੀਟਿਊਸ਼ਨਲ ਜਿਹੜਾ ਹੈਗਾ ਸੰਵਿਧਾਨ ਉਹ ਚਾਹੀਦਾ। ਬਿਲਕੁਲ ਜੀ। ਸੋ ਇਸ ਤਰੀਕੇ ਨਾਲ ਸੀਗਾ। ਉਹ ਕਹਿੰਦੇ ਵੀ ਜਿਹੜੀ ਵੱਡੀ ਇੰਡਸਟਰੀ ਹੈਗੀ ਆ, ਜਿਹੜੀ ਇੰਸ਼ੋਰੈਂਸ ਹੈਗੀਆਂ ਆ, ਇਹ ਜਿਹੜੀ ਹੈਗੀ ਇਹ ਨੈਸ਼ਨਲਾਈਜ਼ ਹੋਣੀ ਚਾਹੀਦੀ। ਈਵਨ ਜ਼ਮੀਨ ਜਿਹੜੀ ਹੈਗੀ ਐਗਰੀਕਲਚਰਲ ਜ਼ਮੀਨ ਜਿਹੜੀ ਉਹ ਵੀ ਨੈਸ਼ਨਲਾਈਜ਼ ਹੋਣੀ ਚਾਹੀਦੀ ਹੈਗੀ। ਸੋ ਇਸ ਤਰੀਕੇ ਦਾ ਪ੍ਰੋਜੈਕਟ ਸੀ। ਔਰ ਉਸੇ ਦੇ ਅਧੀਨ ਜਿਹੜੀਆਂ ਬਾਹਰੀਆਂ ਕੰਪਨੀਆਂ ਜਿਹੜੀਆਂ ਸੀਗੀਆਂ ਨੈਸ਼ਨਲਾਈਜ਼ ਕੀਤੀਆਂ ਗਈਆਂ ਸੀਗੀਆਂ। ਉਹ ਜਿਹਨੂੰ ਕਿਹਾ ਜਿਹੜੀ ਮੋਦੀ ਸਰਕਾਰ ਹੈਗੀ ਮੁੜ ਕੇ ਫਿਰ ਪ੍ਰਾਈਵੇਟਾਈਜ਼, ਖਾਸ ਤੌਰ ਤੇ ਪੈਟਰੋਲੀਅਮ ਔਰ ਮਾਈਨਿੰਗ ਸੈਕਟਰ ਜਿਹੜੇ ਸੀਗੇ ਉਹ ਨੈਸ਼ਨਲਾਈਜ਼ ਕੀਤੇ ਸੀਗੇ। ਹੈ ਜੀ, ਸੋ ਇਸ ਤਰੀਕੇ ਨਾਲ ਹੈ ਜੀ। ਤੇ ਬਾਕੀ ਠੀਕ ਹੈ। ਪਿਆਰੇ ਦਰਸ਼ਕੋ, ਥੋੜਾ ਜਿਹਾ ਟੈਕਨੀਕਲ ਫੋਲਟ ਆ ਗਈ, ਮਾਫ ਕਰਨਾ। ਸਤਿਆ ਰਤੂ ਜੀ ਕਵਿਤਾ ਸੁਣਾ ਕੇ ਗਏ, ਇੱਕ ਮੈਂ ਇੱਕ ਕਵਿਤਾ ਸੁਣਾ ਕੇ ਗਏ ਔਰ ਉਹਨਾਂ ਦੇ ਜਵਾਬ 'ਚ ਇੱਕ ਮੈਂ ਸ਼ੇਰ ਜਿਹਾ ਕਹਿਣਾ ਚਾਹੁੰਦਾ ਸੀ ਕਿ ਜਬ ਜ਼ਰੂਰਤ पड़ी तो चमन को खून हमने दिया। वाह। जब ज़रूरत पड़ी तो चमन को खून हमने दिया, अब बहार आई है तो कहते हैं तेरा काम नहीं, तेरा कोई काम ही नहीं है। बाबा साहब ने अपने बच्चे बार दिते और रात दिन उन्होंने मेहनत कर करके बीमारियां ला लईयां और कुर्बानी दे दी। अज कहते आ कि बाबा साहब ਤਾਂ ਐਵੇਂ ਹੀ ਸੀਗਾ ਜੀ, ਹੈ ਜੀ। ਹੁਣ ਦੇਖੋ ਜਿਹੜੀਆਂ ਨੌਕਰੀਆਂ ਦੀ ਜਿਸ ਤਰ੍ਹਾਂ ਗੱਲ ਹੈਗੀ ਆ, ਜਿਹੜੀ ਰੇਲਵੇ ਵੀ ਪ੍ਰਾਈਵੇਟਾਈਜ਼ ਕਰੀ ਜਾਂਦੇ ਆ, ਸਟੇਸ਼ਨ ਵੇਚੀ ਜਾਂਦੇ ਹੈਗੇ, ਏਅਰਪੋਰਟ ਵੇਚੀ ਜਾਂਦੇ ਹੈਗੇ। ਹੁਣ ਰੇਲਵੇ ਦੀਆਂ ਜਿਹੜੀਆਂ ਜੌਬਾਂ ਸੀਗੀਆਂ ਉਹਦਾ ਕਾਫੀ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਐਜੂਟੇਸ਼ਨ ਜਿਹੜੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਉਹਦੀ ਐਗਜ਼ਾਮ ਦਿੱਤੇ ਹੈਗੇ ਆ, ਜਿਹੜਾ ਕਿ 2019 ਦੇ ਵਿੱਚੋਂ ਉਹਨਾਂ ਦੇ ਐਗਜ਼ਾਮ ਹੋ ਕੇ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸੀ। ਬਿਲਕੁਲ। ਫਿਰ ਉਹ ਐਗਜ਼ਾਮ ਪੋਸਟਪੋਨ ਕਰ ਦਿੱਤੇ, 2020 ਦੇ ਵਿੱਚ ਐਗਜ਼ਾਮ ਹੋਏ, ਹਾਲੇ ਤੱਕ ਵੀ ਉਹ ਨੌਕਰੀਆਂ ਦਿੰਦੇ। ਬਹੁਤ ਲੱਖਾਂ ਦੀ ਜਿਹੜੀ ਗਿਣਤੀ ਹੈਗੀ ਕਿ ਭਰਤੀ ਹੋਣੇ ਚਾਹੀਦੇ ਸੀਗੇ। ਔਰ ਉਹ ਜਿਹੜੀ ਐਜੂਟੇਸ਼ਨ ਉਹ ਬਿਹਾਰ ਵਿੱਚ ਵੀ ਚੱਲ ਰਹੀ ਆ, ਉਹ ਯੂਪੀ ਦੇ ਵਿੱਚ ਵੀ ਚੱਲਦੀ ਆ। ਯੂਪੀ 'ਚ ਜਿਹੜਾ ਪ੍ਰਯਾਗਰਾਜ ਹੈਗਾ ਸਿਟੀ ਦਾ ਨਾਮ, ਮਤਲਬ ਉੱਥੇ ਵੀ ਬੜੀ ਐਜੂਟੇਸ਼ਨ ਚੱਲ ਰਹੀ ਹੈਗੀ। ਉੱਥੇ ਜਿਹੜੇ ਪੁਲਿਸ ਨੇ ਸਟੂਡੈਂਟਸ ਜਿਹੜੇ ਸੀਗੇ ਉਹਨਾਂ ਦੇ ਹੋਸਟਲ ਦੇ ਵਿੱਚ ਜਾ ਕੇ ਦਰਵਾਜ਼ੇ ਤੋੜ ਕੇ ਉਹਨਾਂ ਨੂੰ ਬਾਹਰ ਕੱਢਿਆ, ਮਤਲਬ ਉਹਨਾਂ ਨੂੰ ਕੁੱਟਿਆ ਮਾਰਿਆ, ਜਿੱਦਾਂ ਸ਼ਾਹੀਨ ਬਾਗ ਦੇ ਵਿੱਚ ਹੋਇਆ ਸੀਗਾ। ਉਹਦੇ ਨਾਲ ਵੀ ਜ਼ਿਆਦਾ ਪੈੜਾ ਬਿਲਕੁਲ ਹੋਈ ਹੈ ਜੀ। ਔਰ ਉੱਥੇ ਮਤਲਬ ਉਹਨਾਂ ਨੇ 8 ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਡਿਸਮਿਸ ਵੀ ਕੀਤਾ ਹੈਗਾ। ਪਰ ਉਹ ਤਾਂ ਚਲੋ ਅੰਜੂ ਪੁੰਜਣ ਵਾਲੀ ਗੱਲ ਕਰਦੇ ਹੈਗੇ ਆ, ਪਰ ਜਿਹੜੀ ਧੱਕੇਸ਼ਾਹੀ ਕਰਦੇ ਆ ਦੈਟਸ ਰੋਂਗ। ਜਿੱਦਾਂ ਹੁਣ ਪਹਿਲਾਂ ਉਹ ਪ੍ਰਯਾਗਰਾਜ ਦੀ ਆਪਾਂ ਗੱਲ ਕਰਦੇ ਤਾਂ ਨਾ ਪਹਿਲਾਂ ਇਲਾਹਾਬਾਦ ਸੀ, ਨਾ ਹੀ ਚੇਂਜ ਕਰੀ ਜਾਂਦੇ ਰਹਿੰਦੇ, ਨਾ ਹੀ ਚੇਂਜ ਬਸ। ਸੋ ਆਪਾਂ ਨੂੰ ਪਤਾ ਇਹ ਇਤਿਹਾਸ ਹੀ ਇਹਨਾਂ ਦਾ ਇਸ ਤਰੀਕੇ ਦਾ ਹੈਗਾ। ਜਦੋਂ ਆਪਾਂ ਦੇਖਦੇ ਸਾਕੇਤ ਸ਼ਹਿਰ ਸੀਗਾ, ਉਹਦਾ ਨਾਂ ਅਯੋਧਿਆ ਰੱਖਿਆ। ਆਪ ਤਾਂ ਕੁਛ ਬਣਾਉਣਾ ਨਹੀਂਗਾ, ਨਾ ਚੇਂਜ ਕਰ ਕਰਕੇ ਆਪਣਾ ਇਤਿਹਾਸ ਸਥਾਪਿਤ ਕਰਦੇ ਆ। ਪਰ ਇਤਿਹਾਸ ਮਤਲਬ ਆਪ ਨਹੀਂ ਬਣਾਉਣਾ ਕੁਛ ਵੀ। ਅੱਧੇ ਜਿਹੜੇ ਹਿੰਦੂ ਮੰਦਰ ਹੈ ਜੀ ਉਹ ਬੁੱਧ ਧਾਮ ਸੀਗੇ। ਦੈਟਸ ਰਾਈਟ ਹੈ ਜੀ।
ਈਵਨ ਸੋਮਨਾਥ ਦਾ ਮੰਦਿਰ ਜਿਹੜਾ ਆ ਉਹਦੇ ਥੱਲੇ ਹਾਲੇ ਵੀ ਕਹਿੰਦੇ 3 ਮੰਜ਼ਿਲਾ ਬਿਲਡਿੰਗ ਜਿਹੜੀ ਆ ਬੁੱਧ ਦੀ, ਔਰ ਉਹਦੇ ਲਾਗੇ ਕੇਵਸ, ਬੁੱਧਿਸਟ ਕੇਵਸ ਹੈਗੇ ਆ। ਔਰ ਅੱਜ ਮੈਂ ਦੇਖਦਾ ਜਗਨਨਾਥ ਮੰਦਿਰ ਜਿਹੜਾ ਹੈਗਾ, ਜਗਨਨਾਥ ਮੰਦਿਰ ਜਿਹੜਾ ਬੁੱਧਿਸਟ ਆ, ਉਹ ਬੁੱਧ ਦਾ ਟੈਂਪਲ ਆ, ਉਹਦੇ ਉੱਪਰ ਵੀ ਦੇਖੋ, ਹੁਣ ਵੀ ਤੁਸੀਂ ਫੋਟੋ ਦੇਖੋ, ਉਹਦੇ ਉੱਤੇ ਜਿਹੜਾ ਆਰੀਆ ਅਸ਼ਟਾਂਗਿਕ ਮਾਰਗ, ਬਿਲਕੁਲ ਮਤਲਬ ਉਹਦਾ ਚੱਕਰ ਹੈਗਾ, ਉਹ ਜਿਹੜਾ ਬੋਧੀਆਂ ਦਾ ਨਿਸ਼ਾਨ ਹੈਗਾ ਹੀ ਆ। ਰਾਈਟ, ਹੁਣ ਅੱਗੇ ਵਧੀਏ ਥੋੜਾ। ਹਾਂਜੀ, ਟਾਈਮ ਥੋੜਾ ਰਹਿ ਗਿਆ ਪਿਆਰੇ ਦਰਸ਼ਕੋ। ਤੀਜਾ ਜਿਹੜਾ ਪਿਲਰ ਹੈਗਾ ਡੈਮੋਕ੍ਰੇਸੀ ਦਾ, ਉਹ ਹੈਗਾ ਸੀ ਕਿ ਸਮਾਜਿਕ ਬਰਾਬਰੀ। ਸਮਾਜਿਕ ਬਰਾਬਰੀ ਜਿਹੜੀ ਆ, ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਉਹਨੇ ਹਰ ਤਰ੍ਹਾਂ ਦੀ ਜਿਹੜੀ ਆ ਅਨਟੱਚੇਬਿਲਿਟੀ, ਛੂਆਛਾਤ ਜਿਹੜੀ ਆ ਉਹ ਖਤਮ ਕਰਕੇ ਸਾਰਿਆਂ ਨੂੰ ਇੱਕ ਜਿਹੇ ਅਧਿਕਾਰ ਦਿੱਤੇ ਸੀ। ਔਰ ਪਰ ਇਹ ਹੋਣ ਦੇ ਬਾਵਜੂਦ ਹੀ ਬਾਬਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੇਰਾ ਸਮਾਜਿਕ ਦਰਸ਼ਨ 3 ਅਸੂਲਾਂ ਦੇ ਉੱਤੇ ਖੜਾ ਹੈਗਾ। ਉਹ ਕੀ ਹਨ? ਇਕੁਆਲਿਟੀ, ਲਿਬਰਟੀ ਔਰ ਫਰਟਰਨਿਟੀ, ਭਾਈਚਾਰਾ। ਇਹ ਜਿਹੜੇ ਅਸੂਲ ਹੈ, ਜਿਹੜਾ ਧਰਮ ਉਹ ਕਹਿੰਦੇ ਸੀ ਵੀ ਇੱਕ ਦੂਜੇ ਨੂੰ ਜੰਮਣ ਤੋਂ ਹੀ ਕਹਿੰਦਾ ਕਿ ਇੱਕ ਬੜਾ ਔਰ ਇੱਕ ਉੱਚਾ, ਉਹ ਧਰਮ ਨਹੀਂ ਬਲਕਿ ਦੂਸਰੇ ਨੂੰ ਦਬਾਈ ਰੱਖਣ ਲਈ ਇੱਕ ਛੜਯੰਤਰ ਹੈ। ਔਰ ਉਹ ਜਿਹੜਾ ਛੜਯੰਤਰ ਆ ਇੱਕ ਜੰਜਾਲ ਹੈ, ਔਰ ਇਹ ਹੈ ਕਿ ਗੁਲਾਮੀ ਦਾ ਜੰਜਾਲ ਹੈ, ਉਹ ਤੋੜਨਾ ਜ਼ਰੂਰੀ ਹੈ, ਜਿਹੜਾ ਕਿ ਉਹਨਾਂ ਨੇ ਸੰਵਿਧਾਨ ਬਣਾ ਕੇ ਹਰ ਤਰ੍ਹਾਂ ਨਾਲ ਤੋੜਿਆ। ਨਫ਼ਰਤ ਜਿਹੜੀ ਸੀ ਉਹ ਸਾਰੀ ਖਤਮ ਕੀਤੀ, ਜਾਤੀ ਨਫ਼ਰਤ। ਪਰ ਫਿਰ ਵੀ ਅੱਜ ਇਹ ਆ ਕਿ ਦੇਖ ਲਓ ਇਲੈਕਸ਼ਨ ਆਉਂਦੇ, ਜਦੋਂ ਜਾਤੀ ਦੰਗੇ, ਧਾਰਮਿਕ ਦੰਗੇ, ਲੋਕਾਂ ਨੂੰ ਭੜਕਾ ਕੇ ਲੜਾ ਕੇ ਵੋਟਾਂ ਲਈਆਂ ਜਾਂਦੀਆਂ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਭਾਈ, ਜੈ ਗੁਰਦੇਵ ਜੀ, ਮੈਂ ਬਲਵੀਰ ਕਲੇਰ ਬੋਲਦਾ। ਹਾਂਜੀ, ਤੁਹਾਡਾ ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਮੈਂ ਤੁਹਾਡਾ ਦੋਨਾਂ ਦਾ ਬਹੁਤ ਸਵਾਗਤ ਜੀ, ਥੈਂਕ ਯੂ ਕਿ ਜੇ ਤੁਸੀਂ ਕਾਂਚੀ ਟੀਵੀ ਦੇ ਵੱਧ ਤੋਂ ਵੱਧ ਇਸ਼ੂ ਲੈ ਕੇ ਆਉਂਦੇ ਆ। ਥੈਂਕ ਯੂ। ਤੇ ਮੈਂ ਕਾਂਚੀ ਟੀਵੀ ਦਾ ਟਰਸਟੀ ਹੋਣ ਦੇ ਨਾਤੇ ਕਹਿੰਦਾ ਕਿ ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਹੁੰਦਾ ਆ। ਥੈਂਕ ਯੂ ਜੀ, ਕਿ ਤੁਸੀਂ ਬਹੁਤ ਇਨਫੋਰਮੇਸ਼ਨ ਲੈ ਕੇ ਆਉਂਦੇ ਆ। ਜੀ ਜੀ, ਬਾਬਾ ਸਾਹਿਬ ਨੇ ਸਾਨੂੰ ਬਹੁਤ ਕੁਝ ਲੈ ਕੇ ਦਿੱਤਾ ਆ। ਜੀ ਜੀ। ਪਰ ਦੁੱਖ ਦੀ ਗੱਲ ਇਹ ਹੈਗੀ ਆ ਕਿ ਸਾਡੇ ਲੋਕ, ਅਸੀਂ ਕਾਂਚੀ ਟੀਵੀ ਵੀ ਚਲਾਤਾ, ਇੰਨਾ ਆਪਾਂ ਖਰਚਾ ਕਰਨ ਦੇ ਬਾਵਜੂਦ ਵੀ ਜੀ ਜੀ ਸਾਡੇ ਲੋਕ ਜਿਹੜੇ ਜਾਗਰਤ ਨਹੀਂ ਹੋ ਰਹੇ ਜੀ। ਇਸ ਗੱਲ ਦਾ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਜਿੰਨੇ ਵੀ ਆਪਣੇ ਪ੍ਰੈਜੈਂਟਰ ਆ, ਜਿੰਨੇ ਵੀ ਸਾਡੇ ਪ੍ਰੋਗਰਾਮ ਚੱਲਦੇ ਆ ਜੀ, ਆਪਾਂ ਸਾਰੇ ਤਤਪਰ ਆ ਕਿ ਆਪਾਂ ਕੁਛ ਨਾ ਕੁਛ ਕਰੀਏ। ਬਿਲਕੁਲ। ਲੇਕਿਨ ਸਾਡੀ ਕਮਿਊਨਿਟੀ ਵਿੱਚ ਜਾਗਰਤੀ ਨਹੀਂ ਆ ਰਹੀ ਜੀ। ਸਿਰਫ ਆਪਾਂ, ਤੁਸੀਂ ਆਪਣੇ ਵਿਚਾਰ ਦਿੰਦੇ ਆ, ਅਸੀਂ ਸੁਣਦੇ ਆ ਜੀ, ਸਰੋਤੇ ਵੀ ਸੁਣਦੇ ਆ, ਸਾਡੇ ਕਾਂਚੀ ਟੀਵੀ ਦੀ ਸਪੋਰਟ ਵੀ ਕਰਦੇ ਆ, ਚੱਲਦਾ ਵੀ ਆ। ਜਦੋਂ ਕਿਤੇ ਕਮੀ ਪੇਸ਼ੀ ਹੁੰਦੀ ਤੁਸੀਂ ਸਪੋਰਟ ਦੀ ਗੱਲ ਕਰਦੇ ਆ, ਲੋਕੀ ਸਾਨੂੰ ਡੋਨੇਸ਼ਨ ਵੀ ਦਿੰਦੇ ਹੈਗੇ ਆ ਜੀ। ਲੇਕਿਨ ਜੋ ਬਾਬਾ ਸਾਹਿਬ ਨੇ ਪੇ ਬੈਕ ਟੂ ਸੋਸਾਇਟੀ ਵਾਲੀ ਗੱਲ ਕੀਤੀ, ਉਹ ਕੰਮ ਹੋ ਨਹੀਂ ਰਿਹਾ। ਬਿਲਕੁਲ ਬਿਲਕੁਲ ਸਹੀ ਗੱਲ। ਜਿਹੜੇ ਸਾਡੇ ਸਮਾਜ ਦੇ ਵਿੱਚ ਵੀ ਆ ਭਾਜੀ, ਤੁਸੀਂ ਤਾਂ ਮੇਅਰ ਵੀ ਰਹੇ ਆ ਔਰ ਤੁਹਾਨੂੰ ਬੜਾ ਮਾਣ ਪ੍ਰਾਪਤ ਆ ਭਾਜੀ, ਹੁਣੀ ਪੱਤਰਕਾਰ ਵੀ ਆ, ਬੜੇ ਤਤਪਰ ਰਹਿੰਦੇ ਆ। ਜੀ ਜੀ। ਪਰ ਦੁੱਖ ਦੀ ਇਹ ਗੱਲ ਹੈ ਕਿ ਸਾਡੇ ਲੋਕਾਂ ਨੂੰ ਪਤਾ ਕਦੋਂ ਲੱਗੂਗਾ? ਡਿਵਾਈਡ ਐਂਡ ਰੂਲ ਦਾ ਅਜੇ ਵੀ ਕੰਮ ਚੱਲੀ ਜਾਂਦਾ ਆ। ਬਿਲਕੁਲ ਬਿਲਕੁਲ। ਜਿੱਥੇ ਅਸੀਂ ਡਿਵਾਈਡ ਐਂਡ ਰੂਲ ਹੋ ਕੇ ਜਾਂਦੇ ਹਾਂ, ਉੱਥੇ ਸਾਰੇ ਬਾਬਾ ਸਾਹਿਬ ਦੀ ਗੱਲ ਕਰਦੇ, ਉਹਨਾਂ ਨੇ ਆਹ ਕਿਹਾ ਸੀ, ਆਹ ਕਿਹਾ ਕਹੀ ਸੀਗੀ, ਲੇਕਿਨ ਸਾਡੇ ਪੱਲੇ ਕਦੋਂ ਪਊਗੀ? ਇਹ ਆਪਾਂ ਨੂੰ ਇਹਦੇ ਲਈ ਕੁਛ ਨਾ ਕੁਛ ਜ਼ਰੂਰ ਸੋਚਣਾ ਚਾਹੀਦਾ। ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਕਰਦੇ, ਜਿੰਨੇ ਵੀ ਪ੍ਰੈਜੈਂਟਰ ਨੇ ਉਹ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਆ ਜੀ। ਪਰ ਕਾਂਚੀ ਟੀਵੀ ਦਾ ਇੱਕ ਅਚੀਵਮੈਂਟ ਗੋਲ ਸੀਗਾ ਜੀ ਕਿ ਅਸੀਂ ਕਮਿਊਨਿਟੀ ਨੂੰ ਇਕੱਠਾ ਕਰਨਾ ਆ। ਜੀ ਜੀ। ਜੋ ਸਾਡੇ ਗੁਰੂ ਨੇ ਗੱਲ ਕਹੀ ਆ ਉਹਨੂੰ ਆਪਾਂ ਪੂਰਾ ਕਰਨਾ ਹੈ। ਜੋ ਬਾਬਾ ਸਾਹਿਬ ਦੇ ਸੁਪਨੇ ਅਧੂਰੇ ਸੀ ਕਿ ਨਹੀਂ ਜੀ? ਹਾਂਜੀ। ਆਪਣੇ ਸਾਰੇ ਪ੍ਰੈਜੈਂਟਰ ਕਹਿ ਦਿੰਦੇ ਆ, ਅਸੀਂ ਵੱਡੀਆਂ ਵੱਡੀਆਂ ਸਟੇਜਾਂ ਤੇ ਬੋਲਦੇ, ਬਾਬਾ ਸਾਹਿਬ ਨੇ ਕਿਹਾ ਵੀ ਜੇ ਗਾਂ ਨੇ ਲਿਜਾਦੇ ਪਿੱਛੇ ਨੂੰ ਵੀ ਨਾ ਲਿਜਾਇਓ ਜੀ। ਪਰ ਜਿੱਦਾਂ ਤੁਸੀਂ ਦੋਨੇ ਮੇਰੇ ਭਰਾ, ਜਿੰਨੇ ਹੋਰ ਵੀ ਪ੍ਰੈਜੈਂਟਰ ਆਉਂਦੇ ਆ, ਜਿਹੜੀ ਤੁਸੀਂ ਇਨਫੋਰਮੇਸ਼ਨ ਦਿੰਦੇ ਆ ਕਿ ਨਹੀਂ ਜੀ ਜੀ, ਸਾਡਾ ਮਿਸ਼ਨ ਪਿੱਛੇ ਨੂੰ ਜਾ ਰਿਹਾ ਆ ਜੀ। ਮਨੂ ਸਮਰਿੱਧੀ ਸਾਡੇ ਤੇ ਲਾਗੂ ਹੋ ਰਹੀ ਆ ਜੀ। ਬਿਲਕੁਲ। ਉਹਨੂੰ ਆਪਾਂ ਬਚਾ ਨਹੀਂ ਸਕਦੇ। ਜਿਹੜੇ ਸਾਡੇ ਮਾਂ ਜੋ ਹੰਸ ਬੰਗਾ ਜੀ ਆ, ਸਵਰਨ ਬੰਗੜ ਜੀ ਆ, ਮਾਈ ਸੈਲਫ, ਯੂਅਰ ਸੈਲਫ ਵੀ ਆ ਜੀ, ਇਹਨਾਂ ਨੂੰ ਆਪਾਂ ਕਿੱਦਾਂ ਸੇਵ ਕਰ ਸਕਦੇ ਆ? ਇਹਨਾਂ ਨੂੰ ਕੋਈ, ਮੈਂ ਇਹ ਨਹੀਂ ਕਹਿੰਦਾ ਕਿ ਤੁਹਾਡੇ ਕੋਲ ਕੋਈ ਬੂਟੀ ਆ ਜਿਹੜੀ ਸਿਖਾ ਗਿਆ ਆਪਾਂ ਇਕੱਠੇ ਕਰ ਲਈਏ ਜੀ। ਆਪਾਂ ਨੂੰ ਜਿੱਥੇ ਜਿੱਥੇ ਆਪਾਂ ਪ੍ਰੋਗਰਾਮ ਕਰਦੇ ਆ,
ਸਾਨੂੰ ਲੋਕਾਂ ਦੇ ਵਿੱਚ ਜ਼ਰੂਰ ਜਾਣਾ ਪੈਣਾ ਹੈ। ਆਪਣੇ ਗੁਰੂ ਘਰਾਂ ਦੇ ਵਿੱਚ, ਬੁੱਧਾ ਵਿਹਾਰ ਦੇ ਵਿੱਚ, ਡਾਕਟਰ ਅਮਬੇਦਕਰ ਸੁਸਾਇਟੀਆਂ ਦੇ ਵਿੱਚ ਜ਼ਰੂਰ ਜਾਣਾ ਪੈਣਾ ਆ। ਜੀ ਜੀ। ਕੋ ਸਾਰੇ ਬੰਦੇ ਜਿੱਥੇ ਜਿੱਥੇ ਵੀ ਬੈਠੇ ਕਹਿੰਦੇ ਮੈਂ ਹੀ ਕਰ ਰਿਹਾ, ਦੂਜਾ ਨਹੀਂ ਕਰ ਰਿਹਾ, ਦੂਜਾ ਨਹੀਂ ਕਰ ਰਿਹਾ, ਤੀਜਾ ਨਹੀਂ ਕਰ ਰਿਹਾ। ਆਪਾਂ ਕਿਸੇ ਨਾ ਕਿਸੇ ਇੱਕ ਲੜੀ 'ਚ ਪਰੋਈਏ ਜੀ, ਤਾਂ ਕਿ ਜੋ ਬਾਬਾ ਸਾਹਿਬ ਨੇ ਸਾਡੇ ਲਈ ਕੀਤਾ ਆ, ਜੋ ਗੁਰੂ ਰਵਿਦਾਸ ਮਹਾਰਾਜ ਨੇ ਕੀਤਾ, ਭਗਵਾਨ ਵਾਲਮੀਕ ਨੇ ਕੀਤਾ ਆ, ਜੀ ਗੁਰੂ ਗੋਬਿੰਦ ਸਿੰਘ ਨੇ ਕੀਤਾ, ਆਪਾਂ ਉਹਨਾਂ ਨੂੰ ਗਾਂ ਦੀ ਗਾਂ ਲੈ ਕੇ ਜਾ ਸਕੀਏ ਜੀ। ਕਿਉਂਕਿ ਤੁਹਾਡੀਆਂ ਵਿਚਾਰਧਾਰਾ ਬਹੁਤ ਤਕੜੀਆਂ ਆ ਜੀ, ਲੋਕੀ ਇੱਧਰ ਹੀ ਸੁਣਦੇ ਆ, ਦੂਜੇ ਪਾਸੇ ਦੀ ਕੱਢ ਦਿੰਦੇ ਆ। ਇਹਨੂੰ ਜ਼ਰੂਰ ਆਪਾਂ ਲਾਗੂ ਕਰੀਏ। ਬਿਲਕੁਲ ਬਿਲਕੁਲ। ਥੈਂਕ ਯੂ। ਜੇ ਮੈਂ ਕੋਈ ਗਲਤ ਕਹਿ ਗਿਆ ਹੋਵਾਂ ਤਾਂ ਮੈਂ ਖਿਮਾ ਦਾ ਜਾਚ ਗਿਆ। ਨਹੀਂ ਨਹੀਂ, ਬਿਲਕੁਲ ਸਹੀ ਗੱਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਨਾਈਸ, ਵੈਰੀ ਨਾਈਸ ਕੰਟਰੀਬਿਊਸ਼ਨ ਦਵਿੰਦਰ ਜੀ। ਔਰ ਇਹ ਇੱਕ ਅਸਲੀਅਤ ਹੈ ਕਿ ਬਾਬਾ ਸਾਹਿਬ ਨੂੰ ਤਾਂ ਮੰਨਦੇ ਆ, ਬਾਬਾ ਸਾਹਿਬ ਦੀ ਨਹੀਂ ਮੰਨਦੇ ਅਸੀਂ। ਮੇਰੇ ਖਿਆਲ ਕਿਸੇ ਦੀ ਵੀ ਨਹੀਂ ਮੰਨਦੇ। ਇਹੋ ਬਾਬਾ ਸਾਹਿਬ ਦੀ ਨਹੀਂ ਮੰਨਦੇ, ਅਸੀਂ ਗੁਰੂ ਨਾਨਕ ਦੇਵ ਜੀ ਦੀ ਨਹੀਂ ਮੰਨਦੇ, ਗੁਰੂ ਰਵਿਦਾਸ ਦੀ ਨਹੀਂ ਮੰਨਦੇ, ਕਬੀਰ ਜੀ ਦੀ ਨਹੀਂ ਮੰਨਦੇ, ਗੁਰੂ ਰਾਮਦਾਸ ਦੀ ਨਹੀਂ ਮੰਨਦੇ, ਬੁੱਲੇ ਸ਼ਾਹ ਦੀ ਨਹੀਂ ਮੰਨਦੇ। ਮੱਥਾ ਟੇਕਣ ਨਾਲ ਕਹਿੰਦੇ ਸਾਰਾ ਕੁਝ ਸਾਫ਼ ਹੋਇਆ। ਹਾਂਜੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਗੁਰਦੇਵ, ਜੈ ਭੀਮ ਜੀ, ਜੈ ਭਾਰਤ ਜੀ। ਪ੍ਰੇਮਾਨ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤੁਹਾਡੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਛੇ ਅੱਛੇ ਪ੍ਰੋਗਰਾਮ ਲੈ ਕੇ ਆਉਂਦੇ ਹੋ, ਲੋਕਾਂ ਨੂੰ ਅਵੇਅਰ ਕਰਦੇ ਹੋ। ਤਾਂ ਸਾਡੇ ਕਲੇਰ ਸਾਹਿਬ ਹੁਣੇ ਕਹਿ ਕੇ ਗਏ ਆ ਕਿ ਅਸੀਂ ਲੋਕ ਇਕੱਠੇ ਕਿਉਂ ਨਹੀਂ ਹੋ ਰਹੇ ਜੀ। ਦੇਖੋ ਜੀ, ਉਹਦਾ ਇੱਕੋ ਹੀ ਇੱਕ ਰਸਤਾ ਹੈ ਇਕੱਠੇ ਹੋਣ ਦਾ, ਜਿਹੜੀ ਕਿ ਮਨੂਵਾਦ ਨੇ ਸਾਡੇ ਹੱਥ ਧਰਮ ਫੜਾਤਾ ਤੇ ਆਪ ਉਹਨਾਂ ਨੇ ਪਾਰਲੀਮੈਂਟ ਫੜ ਲਈ। ਔਰ ਪਾਰਲੀਮੈਂਟ ਬਾਬਾ ਸਾਹਿਬ ਨੇ ਇਸੇ ਕਰਕੇ ਉਂਗਲੀ ਕੀਤੀ ਸੀ ਵੀ ਆਹੀ ਇੱਕ ਰਸਤਾ ਆ, ਉਹ ਜਿਹੜੀ ਪਾਰਲੀਮੈਂਟ ਆ, ਉੱਥੇ ਜਾ ਕੇ ਬੈਠੋ। ਉਹ ਤੁਸੀਂ ਆਪਸ ਵਿੱਚ ਹੀ ਲੜਨ ਦੀ ਬਜਾਏ ਉਹ ਦੁਸ਼ਮਣ ਨਾਲ ਲੜੋ। ਪਰ ਅਸੀਂ ਆਪਸ ਵਿੱਚ ਹੀ ਲੜਨ ਰਹੇ ਆ। ਬਿਲਕੁਲ। ਅਸੀਂ ਫਲਾਣਾ ਕਹਿੰਦੇ ਸਾਡਾ ਆਹ ਧਰਮ ਆ, ਫਲਾਣਾ ਕਹਿੰਦਾ ਆਹ ਧਰਮ ਆ, ਸਾਡੀ ਆਹ ਜਾਤ ਆ, ਜਾਤਾਂ ਪਾਤਾਂ ਤਾਂ ਉਹਨਾਂ ਨੇ ਤਾਂ ਸਾਨੂੰ ਵੰਡਣਾ ਸੀ, ਅਸੀਂ ਆਪ ਹੀ ਵੰਡ ਹੋ ਰਹੇ ਆ ਜੀ ਜੀ। ਹਾਂਜੀ। ਇਹਦਾ ਮਤਲਬ ਕਿ ਅਸੀਂ ਲੋਕੀ ਕਹਿੰਦੇ ਪਖਵਾੜੇ ਤੇ ਪੈਰ ਮਾਰਦੇ ਆ, ਤੇ ਅਸੀਂ ਆਪਣੇ ਆਪ ਦੇ ਪੈਰਾਂ ਤੇ ਖਵਾੜਾ ਮਾਰਦੇ ਹੈਗੇ ਆ। ਤੇ ਇਸ ਕਰਕੇ ਸਾਨੂੰ ਬਾਬਾ ਸਾਹਿਬ ਨੇ ਇੱਕ ਵੋਟ ਦਾ ਹੱਕ ਲੈ ਕੇ ਦਿੱਤਾ ਸੀ ਜੀ। ਉਸ ਵੋਟ ਨੂੰ ਅਗਰ ਅਸੀਂ ਸਹੀ, ਔਰ ਉਹਨੂੰ ਕਹਿੰਦੇ ਮਤਦਾਨ ਜੀ, ਅਗਰ ਅਸੀਂ ਆਪਣੀ ਮਤ ਜਿਹੜੀ ਉਹ ਦਾਨ ਕਰਨੀ ਕਿਸੇ ਬੰਦੇ ਨੂੰ, ਜੇ ਤੁਸੀਂ ਗਲਤ ਬੰਦੇ ਨੂੰ ਮਤਦਾਨ ਕਰੋਗੇ ਤਾਂ ਉਹਨੇ ਗਲਤ ਹੀ ਤੁਹਾਡੇ ਲਈ, ਤੁਸੀਂ ਜਦ ਪੈਸੇ ਲੈ ਕੇ ਵੋਟ ਦਿਓਗੇ ਤਾਂ ਉਹਨੇ ਤੁਹਾਡੇ ਕਿੱਦਾਂ ਕੰਮ ਕਰਨਗੇ? ਉਹ ਇਹੀ ਕਹੂਗਾ ਵੀ ਤੁਸੀਂ ਮੇਰੇ ਤੋਂ ਪੈਸੇ ਲਏ, ਵੋਟ ਲਈ। ਤੇ ਇਸ ਕਰਕੇ ਸਾਡਾ ਜਿਹੜਾ ਸਮਾਜ ਆ, ਔਰ ਪਹਿਲੀ ਤਾਂ ਗੱਲ ਇਹ ਕਿ ਮਾਨਵਰ ਕਾਂਸ਼ੀ ਰਾਮ ਨੇ ਕਿਹਾ ਸੀ ਵੀ ਸਾਡੇ ਸਮਾਜ ਦੇ ਵਿੱਚ ਉਹ ਚਮਚੇ ਪੈਦਾ ਹੋ ਰਹੇ ਆ। ਉਹਨਾਂ ਨੇ ਕਿਹਾ ਸੀਗਾ ਵੀ ਚਮਚਿਆਂ ਨੂੰ ਨਾ ਤੋੜੋ, ਚਮਚੇ ਤਾਂ ਕੁਝ ਨਹੀਂ ਵੀ ਕਰ ਸਕਦੇ। ਜਿਹੜੇ ਚਮਚੇ ਫੜਨ ਵਾਲੇ ਹੱਥ ਆ ਉਹਨਾਂ ਨੂੰ ਤੋੜੋ। ਬਿਲਕੁਲ। ਅਗਰ ਉਹਨਾਂ ਨੇ ਇੱਕ ਹੱਥ ਤੋੜ ਦਿੱਤਾ ਤਾਂ ਦੂਜੇ ਨਾਲ ਫੜਨਗੇ ਤਾਂ ਉਹ ਦੂਜੇ ਨੂੰ ਤੋੜ ਦੋ। ਲੇਕਿਨ ਚਮਚਾ ਤਾਂ ਵਿਚਾਰਾ ਕੁਝ ਨਹੀਂ ਕਰਦਾ। ਚਮਚੇ ਦਾ ਉਹ ਚਮਚੇ ਖਰੀਦ ਕੇ ਇੱਕ ਨੂੰ ਛੱਡਣਗੇ, ਦੂਜਾ ਖਰੀਦ ਲੈਣੇ, ਦੂਜੇ ਨੂੰ ਕਦੇ ਤੀਸਰਾ ਖਰੀਦ ਲੈਣਗੇ। ਲੇਕਿਨ ਜਿਹੜੇ ਹੱਥ ਚਮਚਾ ਜਾਂਦਾ, ਉਹਨਾਂ ਹੱਥਾਂ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰੋ। ਉਹ ਸਿਰਫ ਇੱਕੋ ਹੀ ਇੱਕ ਹੈਗਾ ਆ, ਉਹ ਵੋਟ ਦਾ ਹੱਕ। ਔਰ ਵੋਟ ਦੇ ਨਾਲ ਤੁਸੀਂ ਪਾਰਲੀਮੈਂਟ ਦੇ ਜਾ ਕੇ ਜਿੱਥੇ ਕਾਨੂੰਨ ਬਣਦੇ ਤੁਹਾਡੇ ਲਈ, ਤੁਹਾਡੇ ਬੱਚਿਆਂ ਦਾ ਭਵਿੱਖ ਬਣਦਾ, ਉੱਥੇ ਤੁਹਾਡੀਆਂ ਮਾਤਾਵਾਂ ਭੈਣਾਂ ਦਾ, ਬੱਚਿਆਂ ਦਾ ਭਵਿੱਖ ਬਣਦਾ, ਉੱਥੇ ਤੁਹਾਨੂੰ ਰਾਜ ਕਰਨ ਦੀ ਜ਼ਰੂਰਤ ਹੈ। ਬਿਲਕੁਲ। ਔਰ ਸਾਡੇ ਜਿਹੜੇ ਲੋਕ ਬੈਠੇ ਆ ਦੂਸਰੀਆਂ ਪਾਰਟੀਆਂ ਵਿੱਚ ਜਾ ਕੇ, ਉਹ ਕਾਹਦੀ ਖਾਤਰ ਬੈਠੇ ਆ? ਉਹ ਆਪਣੇ ਚੰਦ ਟੁਕੜਿਆਂ ਦੀ ਖਾਤਰ ਬੈਠੇ ਆ, ਔਰ ਆਪਣੇ ਆਪ ਨੂੰ ਉਹ ਵੇਚ ਕੇ ਤੇ ਸਾਡੇ ਸਮਾਜ ਦਾ ਸਤਿਆਨਾਸ਼ ਕਰ ਰਹੇ ਆ। ਸਿਆਸੀ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ। ਇਹ ਜਿਹੜੀ ਇਹ ਖਤਮ ਹੋ ਜਾਣੀ ਚਾਹੀਦੀ। ਬਾਬਾ ਸਾਹਿਬ ਨੇ ਕਿਹਾ 10 ਸਾਲ ਬਾਅਦ ਇਹ ਖਤਮ ਕਰ ਦਿਓ, ਕਿਉਂਕਿ ਉਹ ਸਿਆਸੀ ਜਿਹੜੀ ਰਿਜ਼ਰਵੇਸ਼ਨ ਆ ਉਹ ਤਾਂ 10 ਸਾਲ ਦੀ ਸੀਗੀ, ਲੇਕਿਨ ਜਿਹੜੀ ਬਾਕੀ ਦੀ ਰਿਜ਼ਰਵੇਸ਼ਨ ਸੀ ਉਹ ਪਰਮਾਨੈਂਟ ਸੀਗੀ। ਉਹਨੂੰ ਕੋਈ ਨਹੀਂ ਰੋਕ ਸਕਦਾ ਹੈ। ਉਹ ਸਾਡੇ ਪੂਨਾ ਪੈਕਟ ਦੇ ਹੱਕ ਆ, ਲੇਕਿਨ ਉਹ ਸਾਡੀ ਭੀਖ ਨਹੀਂ ਹੈ ਸਾਡੇ ਵਾਸਤੇ। ਲੇਕਿਨ ਸਾਡੇ ਲੋਕਾਂ ਨੂੰ ਸਮਝ ਨਹੀਂ ਆ ਰਹੀ। ਕੋਈ ਕਾਂਗਰਸ ਵਿੱਚ ਜਾ ਕੇ ਬੈਠਾ, ਕੋਈ ਆਮ ਆਦਮੀ ਪਾਰਟੀ ਵਿੱਚ ਜਾ ਕੇ, ਚਾਹੇ ਬੀਜੇਪੀ 'ਚ ਬੈਠੇ ਆ। ਲੇਕਿਨ ਅਸੀਂ ਲੋਕ ਅਗਰ 39% ਹੁੰਦੇ ਆ ਆਪਣਾ ਰਾਜ ਨਹੀਂ ਲੈ ਸਕਦੇ, ਫਿਰ ਸਾਡੇ ਲੋਕਾਂ ਤੇ ਕੀ ਅਸੀਂ ਕਹਿਣਾ, ਉਹ ਲਫ਼ਜ਼ ਨਹੀਂ ਕਹਿਣਾ ਚਾਹੀਦਾ। ਫਿਰ ਅਸੀਂ ਆਪਣੇ ਆਪ ਹੀ ਨੂੰ ਕਿਦਾਂ ਨਾ ਆਪਣਾ ਆਪ ਨੁਕਸਾਨ ਕਰਦੇ ਆ, ਆਪਣੇ ਆਪ ਨੂੰ ਬਲੇਮ ਦਈਏ, ਦੂਸਰਿਆਂ ਲੋਕਾਂ ਨੂੰ ਬਲੇਮ ਨਾ ਦਈਏ। ਟਾਈਮ ਬਹੁਤ ਥੋੜਾ ਰਹਿ ਗਿਆ। ਤੁਹਾਡਾ ਕੰਟਰੀਬਿਊਸ਼ਨ ਦਾ ਬਹੁਤ ਧੰਨਵਾਦ ਹੈ। ਥੈਂਕ ਯੂ ਜੀ। ਔਰ ਮੈਂ ਪਿਆਰੇ ਦਰਸ਼ਕੋ ਕਹਿਣਾ ਚਾਹੁੰਦਾ ਹਾਂ ਕਿ ਮੁਲਕ ਜਿਹੜਾ ਹੈਗਾ ਆਜ਼ਾਦ ਹੈ। ਰਿਪਬਲਿਕ ਡੇ ਜਿਹੜਾ ਕੱਲ੍ਹ ਮਨਾਇਆ, ਅਸੀਂ ਉਹਨੂੰ ਦੁਹਰਾ ਰਹੇ ਹਾਂ।
ਔਰ ਬਾਬਾ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਸੀਗਾ ਕਿ ਜੇ ਆਜ਼ਾਦੀ ਜਿਹੜੀ ਆ ਹਕੂਮਤ ਜਿਹੜੀ ਆ ਬਾਹਮਣਾ ਪੰਡਤਾਂ ਦੇ ਹੱਥ ਫੜਾ ਦਿੱਤੀ ਤਾਂ ਸਾਨੂੰ ਆਜ਼ਾਦੀ ਦੀ ਦੂਜੀ ਜੰਗ ਲੜਨੀ ਪਏਗੀ। ਜਿਹੜਾ ਮੁਲਕ ਆਜ਼ਾਦ ਹੈ, ਮੁਲਕ ਦੇ ਲੋਕ ਗੁਲਾਮ ਹਨ। ਦਵਿੰਦਰ ਜੀ ਤੁਸੀਂ 30 ਸੈਕਿੰਡ 'ਚ ਕੀ ਕਹਿਣਾ? ਤੁਸੀਂ ਗੱਲ ਕੀਤੀ ਸੀ ਕਿ ਵੀ ਚਮਚਿਆਂ ਦੀ, ਹਾਂਜੀ, ਚਮਚੇ ਪੈਦਾ ਕਰਦੇ ਆ ਜਿਹੜੇ ਚਮਚੇ ਦਾ ਮੈਂ ਸੁਭਾਅ ਦੱਸਦਾ। ਹਾਂਜੀ, ਕਿ ਚਮਚੇ ਦਾ ਸੁਭਾਅ ਜਿਸ ਵੀ ਭਾਂਡੇ 'ਚ ਪਊਗਾ ਉਹਨੂੰ ਖਾਲੀ ਕਰੂਗਾ। ਬਿਲਕੁਲ। ਜਦੋਂ ਸਾਡੇ ਸਮਾਜ ਵਿੱਚ ਚਮਚੇ ਪੈਦਾ ਹੁੰਦੇ ਉਹ ਸਾਡੇ ਸਮਾਜ ਨੂੰ ਖਾਲੀ ਕਰਦੇ ਆ, ਖੋਖਲਾ ਕਰਦੇ ਆ। ਦੀਮਕ ਲਗਾਇਆ ਔਰ ਇਹਨਾਂ ਚਮਚਿਆਂ ਤੋਂ ਬਚਣਾ ਚਾਹੀਦਾ। ਜਿਹੜੇ ਸਾਡੇ ਕੈਂਡੀਡੇਟ ਜਾਂ ਜਿਹੜੇ ਅਸੀਂ ਵਿਧਾਇਕ ਜਾਂ ਐਮਪੀਜ਼ ਚੁਣ ਕੇ ਭੇਜਦੇ ਆ ਉਹ ਵਧੀਆ ਹੋਣੇ ਚਾਹੀਦੇ, ਉਹ ਵਧੀਆ ਪਾਰਟੀ ਦੇ ਹੋਣੇ ਚਾਹੀਦੇ ਆ। ਪਾਰਟੀ ਦੀ ਜਿਹੜੀ ਆ ਉਹਦੀ ਜਿਹੜੀ ਆਪਣੇ ਵਿਚਾਰਧਾਰਾ ਉਹ ਵਧੀਆ ਹੋਣੀ ਚਾਹੀਦੀ ਹੈ। ਜੇ ਕਾਂਗਰਸ, ਬੀਜੇਪੀ ਜਾਂ ਆਮ ਆਦਮੀ ਪਾਰਟੀ ਦੀ ਕੀਤੀ, ਜਿਹੜੇ ਆਰਐਸਐਸ ਦੇ ਪੈਦਾਵਾਰ ਹੈਗੇ ਆ, ਤੇ ਇਹ ਮੁਲਕ ਦਾ ਕੁਝ ਸੁਧਾਰਨ ਵਾਲੇ ਨਹੀਂ ਹੈ। ਥੈਂਕ ਯੂ। ਸਾਨੂੰ ਨਵੀਂ ਵਿਚਾਰਧਾਰਾ ਬਾਬਾ ਸਾਹਿਬ ਦੇ ਵਿਚਾਰਾਂ ਦੀ ਹੋਵੇ, ਉਸ ਵਿਚਾਰਧਾਰਾ ਦੇ ਲੋਕਾਂ ਨੂੰ ਅੱਗੇ ਮੋਹਰੇ ਲਿਆਉਣਾ ਚਾਹੀਦਾ। ਸੋ ਪਿਆਰੇ ਦਰਸ਼ਕੋ, ਅਸੀਂ 30 ਸੈਕਿੰਡ ਰਹਿ ਗਏ ਹੈ। ਅਖੀਰ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਦੇਖੋ, ਲੋਕ ਜਿਹੜੇ ਹਾਲੇ ਗੁਲਾਮ ਹਨ, ਅਸੀਂ ਗੁਲਾਮੀ ਦੇ ਜਿਹੜੀ ਫਿਗਰ ਤੁਹਾਡੇ ਸਾਹਮਣੇ ਹਰ ਵਾਰੀ ਰੱਖੀਦੇ ਆ। ਜਿਹੜੀ ਗੁਲਾਮੀ ਹੈਗੀ, ਜਾਤ ਪਾਤ ਦੀ ਗੁਲਾਮੀ ਹੈ, ਧਰਮ ਦੀ ਗੁਲਾਮੀ ਹੈ, ਅਨਪੜ੍ਹਤਾ ਦੀ ਗੁਲਾਮੀ ਹੈ, ਗਰੀਬੀ, ਇਹ ਸਾਰੀਆਂ ਗੁਲਾਮੀਆਂ ਹੀ ਹਨ। ਝੌਂਪੜੀਆਂ 'ਚ ਰਹਿੰਦੇ ਆ, ਪਾਣੀ ਪੀਣ ਨੂੰ ਨਹੀਂ ਮਿਲਦਾ, ਇਹ ਸਭ ਗੁਲਾਮੀਆਂ। ਇਹ ਟੁੱਟਣੀਆਂ ਚਾਹੀਦੀਆਂ। ਟੁੱਟ ਤਾਂ ਹੀ ਸਕਦੀਆਂ ਜੇ ਅਸੀਂ ਸਮਝੀਏ ਕਿ ਅਸੀਂ ਗੁਲਾਮ ਹਾਂ, ਸਾਡੇ ਲੀਡਰ ਸਮਝਣ ਕਿ ਸਾਡੇ ਲੋਕ ਗੁਲਾਮ ਸਾਡੇ ਲਈ ਲੜਨ।